ਕਨਸੈਪਟ ਨੂੰ, ਇਹ ਕਨਸੈਪਟ ਨਹੀਂ ਹੈਗਾ, ਇੱਕ ਸਾਡੀ ਹਿਸਟਰੀ ਹੈ ਜਿਹਨੂੰ ਸਾਹਮਣੇ ਲੈ ਕੇ ਆਇਆ ਜਾਵੇ। ਐਂਡ ਹੁੰਦੀ ਆ ਥੋੜਾ ਇਮੋਸ਼ਨਲ ਨੋਟ ਦੇ ਉੱਪਰ ਹੁੰਦੀ ਆ। ਮੈਨੂੰ ਜਦੋਂ ਮੈਂ ਕੈਰੈਕਟਰ ਕਰ ਵੀ ਰਿਹਾ ਸੀ ਤਾਂ ਮੈਨੂੰ ਇਹ ਲੱਗਣ ਲੱਗ ਗਿਆ ਸੀ ਕਿ ਜੋ ਕੁਝ ਹੋ ਗਿਆ ਨਾ ਮੇਰੇ ਨਾਲ ਆਪਣੇ ਨਾਲ ਹੋ ਗਿਆ। ਸੋ ਆਈ ਵਾਸ ਹੈਵੀ ਹਾਰਟਡ ਫॉर ਸੋ ਮੈਨੀ ਡੇਜ਼। ਪਰ ਮੈਂ ਇਹੀ ਹੈਰਾਨ ਸੀਗਾ, ਮੈਂ ਕਿਹਾ ਇਹ ਸੈਕਿੰਡ ਵਰਲਡ ਵਾਰ ਦੀ ਗੱਲ ਹੈ 1939 ਟੂ 44 ਤੱਕ ਜਦੋਂ ਤੱਕ ਚੱਲਿਆ, ਕਿ ਉਦੋਂ ਵੀ ਇਹ ਚੀਜ਼ਾਂ ਚੱਲਦੀਆਂ ਸੀ, ਉਦੋਂ ਵੀ ਜੈਲਸੀ, ਮਤਲਬ ਕਿੱਡੀ ਕੁ ਵੱਡੀ ਗੱਲ ਹੈ ਯਾਰ, ਮਤਲਬ ਹੈ ਨਾ। ਤੁਸੀਂ ਦੇਖ ਰਹੇ ਹੋ ਤੇ ਟੀਵੀ NRI ਤੇ ਮੈਂ ਹਾਂ ਤੁਹਾਡੇ ਨਾਲ ਗੁਰਨੀਤ। ਦੋਸਤੋ, ਅੱਜ ਅਸੀਂ ਪਹੁੰਚੇ ਹਾਂ ਮੋਹਾਲੀ ਵਿਖੇ ਫੇਸ 1 ਸੈਂਟਰਾ ਮਾਲ ਦੇ ਵਿੱਚ, ਜਿੱਥੇ ਇੱਕ ਡਾਕੂ ਡਰਾਮਾ ਫਿਲਮ ਜਿਹੜੀ ਹੈ ਉਸ ਦੀ ਸਕਰੀਨਿੰਗ ਹੋਣ ਜਾ ਰਹੀ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਫਿਲਮ ਦ ਸੇਵੀਅਰ ਦੀ। ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਜੋ ਫਿਲਮਸ ਨੇ ਉਹ ਬਹੁਤ ਘੱਟ ਬਣਦੀਆਂ ਨੇ, ਕਿਉਂਕਿ ਰਿਸਰਚ ਬੇਸਡ ਜਿਹੜੇ ਪ੍ਰੋਜੈਕਟਸ ਨੇ ਉਹਨਾਂ ਨੂੰ ਦਰਸ਼ਕਾਂ ਦੇ ਸਨਮੁਖ ਲੈ ਕੇ ਆਇਆ ਜਾਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। ਦ ਸੇਵੀਅਰ ਫਿਲਮ ਬ੍ਰਿਗੇਡੀਅਰ ਪ੍ਰੀਤਮ ਸਿੰਘ ਉੱਤੇ ਆਧਾਰਿਤ ਹੈ, ਜੋ ਪੁੰਛ ਦਾ ਇਲਾਕਾ ਜੰਮੂ ਕਸ਼ਮੀਰ ਦੇ ਵਿੱਚ ਇਹ ਪੈਂਦਾ ਹੈ ਤੇ ਪਠਾਨਕੋਟ ਤੋਂ ਲਗਭਗ 320 ਕਿਲੋਮੀਟਰ ਦੀ ਦੂਰੀ ਤੇ ਜਿਹੜਾ ਇਹ ਇਲਾਕਾ ਹੈ। ਔਰ ਜਦੋਂ ਪਾਕਿਸਤਾਨੀ ਫੌਜਾਂ ਨੇ 1947 ਦੇ ਵਿੱਚ ਇਸ ਇਲਾਕੇ ਨੂੰ 1 ਸਾਲ ਵਾਸਤੇ ਘੇਰ ਲਿਆ ਸੀ ਤੇ ਉਹ ਇੱਕੋ ਹੀ ਸ਼ਖਸ ਸੀ, ਬ੍ਰਿਗੇਡੀਅਰ ਪ੍ਰੀਤਮ ਸਿੰਘ, ਜਿਨ੍ਹਾਂ ਨੇ ਇਸ ਇਲਾਕੇ ਦੀਆਂ ਧੀਆਂ ਭੈਣਾਂ ਦੀ ਆਬਰੂ ਨੂੰ ਬਚਾਇਆ, ਇਸ ਇਲਾਕੇ ਨੂੰ ਬਚਾਇਆ। ਇਸ ਕਰਕੇ ਇਹਨਾਂ ਨੂੰ ਦ ਸੇਵੀਅਰ ਦੇ ਨਾਮ ਨਾਲ, ਦ ਹੀਰੋ ਆਫ ਪੁੰਛ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਸੋ ਆਪਣੇ ਆਪ ਦੇ ਵਿੱਚ ਬਹੁਤ ਹੀ ਬਿਹਤਰੀਨ ਕਿਸਮ ਦਾ ਇਹ ਡਾਕੂ ਡਰਾਮਾ ਹੈ ਔਰ ਤੁਹਾਡੇ ਰੂਬਰੂ ਅੱਜ ਅਸੀਂ ਇਸ ਨੂੰ ਕਰਨ ਜਾ ਰਹੇ ਹਾਂ। ਇਸ ਫਿਲਮ ਦੀ ਪੂਰੀ ਕਾਸਟ ਦੇ ਨਾਲ ਤੁਹਾਨੂੰ ਅਸੀਂ ਜਾਣੂ ਕਰਵਾਵਾਂਗੇ ਇਸ ਫਿਲਮ ਦੇ ਰਾਈਟਰ ਡਾਇਰੈਕਟਰ ਡਾਕਟਰ ਪਰਮਜੀਤ ਸਿੰਘ ਕੱਟੂ, ਉਹਨਾਂ ਨਾਲ ਤੁਹਾਡਾ ਰਾਬਤਾ ਕਾਇਮ ਕਰਵਾਵਾਂਗੇ। ਸੋ ਉਮੀਦ ਕਰਦੇ ਹਾਂ ਕਿ ਅੱਜ ਦਾ ਇਹ ਜੋ ਸਕਰੀਨਿੰਗ ਦਾ ਇਵੈਂਟ ਹੈ ਤੁਸੀਂ ਜ਼ਰੂਰ ਪਸੰਦ ਕਰੋਗੇ। ਬ੍ਰਿਗੇਡੀਅਰ ਪ੍ਰੀਤਮ ਸਿੰਘ ਨੂੰ ਸੇਵੀਅਰ ਆਫ ਪੁੰਛ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਨਵੰਬਰ 1947 ਨੂੰ ਜਦੋਂ ਪਾਕਿਸਤਾਨੀ ਫੌਜਾਂ ਨੇ ਕਰੀਬ 1 ਸਾਲ ਤੱਕ ਪੁੰਛ ਦੇ ਇਲਾਕੇ ਨੂੰ ਘੇਰ ਲਿਆ ਸੀ, ਉਸ ਵੇਲੇ ਬ੍ਰਿਗੇਡੀਅਰ ਪ੍ਰੀਤਮ ਸਿੰਘ ਪੁੰਛ ਦਾ ਰਖਵਾਲਾ ਬਣ ਕੇ ਉੱਭਰੇ। ਉਹਨਾਂ ਦੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਕਹਾਣੀਆਂ ਕਿਸੇ ਨੇ। 1942 ਵਿੱਚ ਸਿੰਗਾਪੁਰ ਦੀ ਜੰਗ ਵਿੱਚ ਉਹ ਜ਼ਖਮੀ ਹੋ ਗਏ ਸਨ। ਇਸ ਉਪਰੰਤ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਦੇ ਉਤਾਰ ਚੜ੍ਹਾਅ ਆਏ, ਉਹ ਸਾਰਾ ਕੁਝ ਫਿਲਮ ਦ ਸੇਵੀਅਰ ਦੇ ਵਿੱਚ ਬੜਾ ਬਖੂਬੀ ਦਿਖਾਇਆ ਗਿਆ। ਅਤੇ ਇਸ ਕਿਸਮ ਦੀਆਂ ਫਿਲਮਾਂ ਪੰਜਾਬ ਦੇ ਵਿੱਚ ਬਣਨ ਲੱਗਣ ਤੋਂ ਭਾਵ ਹੈ ਪੰਜਾਬੀ ਸਿਨੇਮਾ ਵੱਖਰੀਆਂ ਤੇ ਵੱਡੀਆਂ ਪੁਲਾਂਘਾਂ ਪੁੱਟਣ ਨੂੰ ਤਿਆਰ ਹੋ ਰਿਹਾ ਹੈ। ਫਿਲਮ ਨਿਰਦੇਸ਼ਕ ਪਰਮਜੀਤ ਸਿੰਘ ਕੱਟੂ ਨੇ ਬਿਹਤਰੀਨ ਨਿਰਦੇਸ਼ਨ ਦਾ ਪ੍ਰਦਰਸ਼ਨ ਕੀਤਾ ਹੈ ਅਤੇ ਫਿਲਮ ਦ ਸੇਵੀਅਰ ਆਪਣੇ ਆਪ ਵਿੱਚ ਬਹੁਤ ਹੀ ਖੂਬਸੂਰਤੀ ਦੇ ਨਾਲ ਫਿਲਮਾਈ ਗਈ ਹੈ। ਪੰਜਾਬੀ ਡਾਕੂ ਡਰਾਮਾ ਐਸੀ ਪਹਿਲੀ ਫਿਲਮ ਹੈ ਜਿਸ ਵਿੱਚ ਹਰ ਇੱਕ ਤੱਥ ਉੱਤੇ ਬੜੀ ਸੂਖਮ ਤਰੀਕੇ ਦੇ ਨਾਲ ਚਾਨਣਾ ਪਾਇਆ ਗਿਆ ਹੈ। ਅੱਜ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਫਿਲਮ ਦ ਸੇਵੀਅਰ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੀ ਜੀਵਨੀ ਤੇ ਆਧਾਰਿਤ ਡਾਕੂ ਡਰਾਮਾ ਸਕਰੀਨਿੰਗ ਤੇ। ਸੋ ਆਓ ਗੱਲਬਾਤ ਕਰਦੇ ਹਾਂ ਟੀਮ ਦੇ ਕਰੂ ਦੇ ਨਾਲ। ਸਾਡੇ ਨਾਲ ਨੇ ਇਸ ਫਿਲਮ ਦ ਸੇਵੀਅਰ ਦੇ ਰਾਈਟਰ ਤੇ ਡਾਇਰੈਕਟਰ ਡਾਕਟਰ ਪਰਮਜੀਤ ਸਿੰਘ ਕੱਟੂ ਹੋਰੀ। ਆਪਣੇ ਆਪ ਦੇ ਵਿੱਚ ਕਾਫੀ ਮਾਣਮੱਤੀ ਸ਼ਖਸੀਅਤ ਹੈ ਔਰ ਇਹਨਾਂ ਨੂੰ ਕਾਫੀ ਫਿਲਮ ਫੈਸਟੀਵਲਸ ਦੇ ਵਿੱਚ ਐਜ਼ ਅ ਜੂਰੀ ਮੈਂਬਰ ਜਿਹੜਾ ਇਨਵਾਈਟ ਕੀਤਾ ਜਾਂਦਾ ਹੈ। ਸੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਟੀਵੀ NRI ਤੇ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਗੁਰਨੀਤ ਜੀ। ਕੀ ਕਹੋਗੇ ਦ ਸੇਵੀਅਰ ਬਾਰੇ? ਦੇਖੋ ਜੀ, ਇਹ ਬਹੁਤ ਹੀ ਇੱਕ ਸਾਡਾ ਲਰਨਿੰਗ ਪ੍ਰੋਸੈਸ ਰਿਹਾ। ਅਸੀਂ 3 ਸਾਲਾਂ ਤੋਂ ਇਸ ਪ੍ਰੋਜੈਕਟ ਨਾਲ ਲੱਗੇ ਹਾਂ। ਪੰਜਾਬ ਵਿੱਚ ਡਾਕੂ ਡਰਾਮਾ ਇੱਕ ਤਰ੍ਹਾਂ ਨਾਲ ਇਹ ਪਹਿਲੀ ਕੋਸ਼ਿਸ਼ ਹੈ ਇਸ ਪੱਧਰ ਦੀ, ਤੇ ਬਹੁਤ ਚੰਗਾ ਲੱਗ ਰਿਹਾ ਔਰ ਲੋਕਾਂ ਦਾ ਜੋ ਹੁੰਗਾਰਾ ਮਿਲ ਰਿਹਾ ਇਹ ਸਾਡੇ ਲਈ ਵੀ ਮਾਣ ਵਾਲੀ ਗੱਲ ਹੈ ਜੀ। ਕਹਿੰਦੇ ਨੇ ਇਸ ਦੇਸ਼ ਦੀ ਵੰਡ ਦੇ ਹੱਥੋਂ ਯਾਰੋ ਖੋਏ, ਤੁਸੀਂ ਵੀ ਉਹ ਤੇ ਖੋਏ ਅਸੀਂ ਵੀ ਹਾਂ। ਇਹਨਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਣਾ ਹੋਏ, ਤੁਸੀਂ ਵੀ ਉਹ ਤੇ ਹੋਏ ਅਸੀਂ ਵੀ ਹਾਂ। ਕੀ ਕਹੋਗੇ ਕਿ ਇੱਕ ਰਿਸਰਚ ਬੇਸਡ ਪ੍ਰੋਜੈਕਟ ਨੂੰ ਲੈ ਕੇ ਆਉਣਾ ਤੇ ਇਹ ਹਿਆ ਕਰਨਾ ਆਪਣੇ ਆਪ ਦੇ ਵਿੱਚ ਇੱਕ ਨਵਾਂ ਐਕਸਪੈਰੀਮੈਂਟ ਨਹੀਂ ਹੈ ਜੀ? ਪਹਿਲੇ ਵੀ ਇੱਕ ਪੱਤਰਕਾਰ ਨੇ ਇਹ ਸਵਾਲ ਪੁੱਛਿਆ। ਅਸਲ ਵਿੱਚ MPhil ਤੇ PhD ਕਰਨ ਕਰਕੇ ਇਹ ਮੇਰਾ ਇੱਕ ਖੇਤਰ ਹੀ ਆ ਖੋਜ ਕਰਨਾ, ਤੇ ਚੰਗਾ ਲੱਗਦਾ। ਤੇ ਵੰਡ ਬਾਰੇ ਉਹ ਕਿੱਸੇ ਸਾਡੇ ਸਾਹਮਣੇ ਆਏ ਜਿਹੜੇ ਅਸੀਂ ਕਦੇ ਸੋਚੇ ਵੀ ਨਹੀਂ ਸੀ, ਤੇ ਉਹ ਰੌਂਗਟੇ ਖੜੇ ਕਰਨ ਵਾਲੇ ਜਿਨ੍ਹਾਂ ਨੂੰ ਅਸੀਂ ਇਸ ਡਾਕੂ ਡਰਾਮਾ 'ਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੇ ਇਹ ਚੈਲੰਜ ਵੀ ਸੀ, ਤੇ ਚੈਲੰਜ ਵਾਲੇ ਕੰਮ ਕਰਨਾ ਹੀ ਚੰਗੀ ਗੱਲ ਹੁੰਦੀ ਹੈ ਮੇਰੇ ਖਿਆਲ ਨਾਲ। ਇਤਿਹਾਸ ਦੇ ਵਿੱਚ ਕੁਝ ਕਿੱਸੇ ਜਿਹੜੇ ਨੇ ਉਹ ਦਫਨ ਹੋ ਜਾਂਦੇ ਨੇ ਤੇ ਕੁਝ ਕਿੱਸੇ ਦਰਜ ਹੁੰਦੇ ਨੇ। ਕੀ ਕਹੋਗੇ ਦੋਨਾਂ ਨੂੰ ਕਿਵੇਂ ਇਹਦੇ ਵਿੱਚ ਵੱਖਰੇਵਾਂ ਕਰਦੇ ਹੋ? ਦੇਖੋ, ਇਹ ਇਤਿਹਾਸ ਲਿਖਣ ਵਾਲਿਆਂ 'ਤੇ ਨਿਰਭਰ ਕਰਦਾ, ਤੇ ਇਤਿਹਾਸ ਅਕਸਰ ਹੀ ਪੱਖਪਾਤੀ ਹੁੰਦਾ, ਤੇ ਉਸੇ ਪੱਖਪਾਤ ਨੂੰ ਦੂਰ ਕਰਨ ਲਈ ਇਹ ਡਾਕੂ ਡਰਾਮਾ ਬਣਾਇਆ। ਕਿਉਂਕਿ ਬ੍ਰਿਗੇਡੀਅਰ ਸਾਹਿਬ ਨਾਲ ਇਤਿਹਾਸਕ ਤੌਰ 'ਤੇ ਬਹੁਤ ਵੱਡਾ ਪੱਖਪਾਤ ਹੋਇਆ। ਉਹਨਾਂ ਨੇ 40,000 ਲੋਕ ਬਚਾਏ। ਪੁੰਛੀ ਨਹੀਂ, J&K ਦਾ ਬਹੁਤ ਵੱਡਾ ਹਿੱਸਾ 250 ਕਿਲੋਮੀਟਰ ਦਾ ਸਰਕਲ ਬਣਦਾ ਉਹ ਜਿਹੜਾ ਬਚਾਇਆ, ਜੋ ਅਸੀਂ ਡਿਟੇਲ 'ਚ ਡਾਕੂ ਡਰਾਮਾ 'ਚ ਆ। ਅਤੇ ਇਸ ਕਰਕੇ ਇਸ ਤੋਂ ਬਾਅਦ ਉਹਨਾਂ ਨਾਲ
ਕੁਝ ਜੈਲਸੀ ਫੈਕਟਰ ਕਰਕੇ ਉਹਨਾਂ ਦਾ ਕੋਰਟ ਮਾਰਸ਼ਲ ਕਰ ਦਿੱਤਾ ਗਿਆ ਸੀ ਤੇ ਉਹ ਇਤਿਹਾਸ 'ਚ ਧੱਕੇ ਨਾਲ ਦਬਾਏ ਗਏ ਪੰਨੇ ਨੂੰ ਅਸੀਂ ਪੇਸ਼ ਕਰਨ ਦੀ ਇੱਕ ਕੋਸ਼ਿਸ਼ ਕੀਤੀ ਜੀ। ਫਿਲਮ ਦੇ ਵਿੱਚ ਕੀ ਕੁਝ ਹੈ ਉਹ ਤਾਂ ਅਸੀਂ ਸਭ ਦੇ ਸਨਮੁਖ ਰੱਖ ਹੀ ਦੇਣਾ, ਰੂਬਰੂ ਕਰ ਦੇਣਾ, ਪਰ ਮੀਡੀਆ ਦੇ ਸਿਨੈਰੀਓ ਦੀ ਗੱਲ ਕਰੀਏ ਕਿ ਆਫਟਰ ਦਾ ਕਰੋਨਾ ਜੋ ਸਿਨੈਰੀਓ ਚੇਂਜ ਹੋਇਆ, ਮੀਡੀਆ ਦੇ ਵਿੱਚ ਕਿਸ ਤਰ੍ਹਾਂ ਦੇ ਲੋਕ ਤੇ ਕਿਸ ਤਰ੍ਹਾਂ ਦੀਆਂ ਚੀਜ਼ਾਂ ਪਰਮਜੀਤ ਜੀ ਸਰਵਾਈਵ ਕਰਨਗੀਆਂ? ਦੇਖੋ ਇਸ ਵੇਲੇ ਮਨੁੱਖ ਦੇ ਇਹ ਤੇ ਬਹੁਤ ਪਹਿਲਾਂ ਡਾਰਵਿਨ ਨੇ ਕਹਿ ਦਿੱਤਾ ਸੀ ਕਿ ਸਰਵਾਈਵਲ ਆਫ ਦਾ ਫਿਟੈਸਟ, ਜੋ ਸਭ ਤੋਂ ਜ਼ਿਆਦਾ ਫਿੱਟ ਹੋਏਗਾ ਉਹੀ ਜਿਉ ਸਕੇਗਾ। ਤੇ ਇਹ ਡਾਕੂ ਡਰਾਮਾ ਵੀ ਇਸੇ ਸੰਦੇਸ਼ ਨੂੰ ਲੈ ਕੇ ਜਾਂਦਾ ਕਿ ਜਦੋਂ ਭਾਰਤ ਨਾਲੋਂ ਕੱਟ ਹੋ ਚੁੱਕਾ ਪੁੰਛ ਦਾ ਇਲਾਕਾ ਤੇ ਉਸ ਵੇਲੇ ਕਿਵੇਂ ਸਰਵਾਈਵਲ ਕਰਨਾ, ਉਹ ਵੀ 40,000 ਲੋਕਾਂ ਨੇ। ਤੇ ਇਸ ਵੇਲੇ ਜਦੋਂ ਕਰੋਨਾ ਦਾ ਮਾਹੌਲ ਆ ਤੇ ਇਸ ਵੇਲੇ ਦੁਨੀਆ ਦੇ ਲੱਖਾਂ ਕਰੋੜਾਂ ਲੋਕਾਂ ਨੇ ਕਿਵੇਂ ਸਰਵਾਈਵ ਕਰਨਾ, ਤੇ ਸਾਡੇ ਅੰਦਰ ਸੰਘਰਸ਼ ਦੀ, ਸ਼ਿੱਦਤ ਦੀ, ਸਬਰ ਦੀ, ਇਹ ਸਾਰੀਆਂ ਜਿਹੜੀਆਂ ਨੇ ਤਾਕਤਾਂ ਹੋਣੀਆਂ ਚਾਹੀਦੀਆਂ ਨੇ। ਤੇ ਇਸੇ ਲਈ ਹੁਣ ਉਹੀ ਕਲਾ, ਉਹੀ ਸਿਨੇਮਾ ਅੱਗੇ ਜਾ ਸਕੂਗਾ ਕਿ ਜਿਹੜਾ ਮਨੁੱਖ ਅੰਦਰ ਪਈ ਉਸ ਸੰਘਰਸ਼ ਦੀ ਤਾਕਤ ਨੂੰ ਜਗਾ ਸਕੂਗਾ। ਤੇ ਉਸੇ ਵਿੱਚ ਇਹ ਇੱਕ ਸਾਡੀ ਕੋਸ਼ਿਸ਼ ਆ ਤੇ ਸਾਨੂੰ ਲੱਗਦਾ ਕਿ ਇਹ ਪੂਰੀ ਦੁਨੀਆ ਦੀ ਕਲਾ ਦਾ ਟਰਨਿੰਗ ਪੁਆਇੰਟ ਆ ਤੇ ਅਸੀਂ ਵਿੱਚ ਆਪਣਾ ਯੋਗਦਾਨ ਪਾ ਰਹੇ ਹਾਂ ਜੀ। ਪੰਜਾਬ ਦੇ ਵਿੱਚ ਜਿਹੜਾ ਸੰਘਰਸ਼ ਚੱਲ ਰਿਹਾ ਹੈ, ਕਿਰਸਾਨੀ ਸੰਘਰਸ਼, ਹੁਣ ਇੰਡੀਆ ਦਾ ਸੰਘਰਸ਼ ਨਾ ਰਹਿ ਕੇ ਪੂਰੇ ਵਰਲਡ ਦਾ ਸੰਘਰਸ਼ ਬਣ ਗਿਆ, ਤੇ ਇਹ ਤੁਹਾਨੂੰ ਲੱਗਦਾ ਨਹੀਂ ਇੱਕ ਅਹਿਮ ਸਮਾਂ ਸੀ ਇਸ ਚੀਜ਼ ਨੂੰ ਸਕਰੀਨਿੰਗ ਕਰਨ ਦਾ ਜਾਂ ਲੋਕਾਂ ਦੇ ਸਨਮੁਖ ਲੈ ਕੇ ਆਉਣ ਦਾ? ਕਿਉਂਕਿ ਬੀਇੰਗ ਅ ਪੰਜਾਬੀ ਸਾਡੇ ਵਾਸਤੇ ਬੜੀ ਮਾਣ ਦੀ ਗੱਲ ਹੈ, ਕਿਉਂਕਿ ਇਹ ਫਿਲਮ ਮੈਨੂੰ ਲੱਗਦਾ ਇੱਕ ਮਾਈਲਸਟੋਨ ਹੋਣ ਵਾਲੀ ਹੈ ਜੀ। ਜੀ ਪਰਮਜੀਤ ਜੀ, ਜੋ ਪੰਜਾਬ ਦੇ ਵਿੱਚ ਇਸ ਵੇਲੇ ਕਿਰਸਾਨੀ ਸੰਘਰਸ਼ ਜ਼ੋਰਾਂ ਤੇ ਹੈ, ਪੰਜਾਬ ਦੀ ਮੂਵਮੈਂਟ ਨਾ ਰਹਿ ਕੇ ਇੰਡੀਆ ਲੈਵਲ ਦੀ ਔਰ ਵਰਲਡ ਦੀ ਮੂਵਮੈਂਟ ਬਣ ਚੁੱਕੀ ਹੈ, ਤੁਹਾਨੂੰ ਨਹੀਂ ਲੱਗਦਾ ਇਹ ਇੱਕ ਅਹਿਮ ਸਮਾਂ ਸੀ ਇਸ ਫਿਲਮ ਦੀ ਸਕਰੀਨਿੰਗ ਵਾਸਤੇ? ਕਿਉਂਕਿ ਸਾਡੇ ਵਾਸਤੇ ਇੱਕ ਮਾਣਮੱਤੀ ਗੱਲ ਹੈ ਔਰ ਮੈਨੂੰ ਲੱਗਦਾ ਕਿ ਇਹ ਜਿਹੜੀ ਫਿਲਮ ਹੈ ਇੱਕ ਮਾਈਲਸਟੋਨ ਸਾਬਿਤ ਹੋਏਗੀ ਪੰਜਾਬ ਵਾਸਤੇ, ਪੰਜਾਬੀਆਂ ਵਾਸਤੇ ਤੇ ਪੂਰੇ ਵਰਲਡ ਵਾਸਤੇ। ਦੇਖੋ ਜੀ, ਸਾਨੂੰ ਕਿਹਾ ਜਾਂਦਾ ਕਿ ਅਸੀਂ ਇਤਿਹਾਸ ਸਿਰਜਦੇ ਹਾਂ ਪਰ ਸਾਂਭਦੇ ਨਹੀਂ ਆ, ਤੇ ਇਸ ਵੇਲੇ ਵੀ ਪੰਜਾਬ ਇਤਿਹਾਸ ਸਿਰਜ ਰਿਹਾ ਤੇ ਬ੍ਰਿਗੇਡੀਅਰ ਸਾਹਿਬ ਹੋਲੀ ਉਹ ਲੋਕ ਨੇ ਜਿਨ੍ਹਾਂ ਨੇ ਇਸ ਤੋਂ ਪਹਿਲਾਂ ਸਿਰਜਿਆ। ਤੇ ਪੰਜਾਬ ਦੇ ਇਤਿਹਾਸ ਨੂੰ ਸਾਂਭਣਾ ਤੇ ਉਹਨੂੰ ਨਵੀਂ ਪੀੜ੍ਹੀ ਨੂੰ ਇਹਨਾਂ ਜੜ੍ਹਾਂ ਨਾਲ ਜੋੜਨਾ ਇਹ ਬਹੁਤ ਵੱਡਾ ਜਿਵੇਂ ਅਸੀਂ ਕਹਿ ਦਿੰਦੇ ਹਾਂ ਕਿ ਸਿੱਖਾਂ ਨੇ ਜਾਂ ਪੰਜਾਬੀਆਂ ਨੇ 18 ਵਾਰ ਦਿੱਲੀ ਜਿੱਤੀ, ਸਾਨੂੰ ਨਹੀਂ ਪਤਾ 18 ਵਾਰ ਕਿਹਨੇ ਜਿੱਤੀ। ਤਾਂ ਇਸ ਚੱਲਦੇ ਸੰਘਰਸ਼ ਦੇ ਵਿੱਚ ਉਹ ਇੱਕ ਬਹੁਤ ਵਧੀਆ ਸਪੇਸ ਆ ਜਦੋਂ ਸਾਨੂੰ ਆਪਣੀਆਂ ਜੜ੍ਹਾਂ ਨਾਲ, ਮਾਣਮੱਤੀਆਂ ਜੜ੍ਹਾਂ ਨਾਲ ਜੋੜਨ ਦੀ ਲੋੜ ਹੈ ਤੇ ਉਸ ਦੇ ਵਿੱਚ ਹੀ ਅਸੀਂ ਆਪਣਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਸਾਨੂੰ ਮਾਣ ਹੈ ਕਿ ਅਸੀਂ ਇਸੇ ਸਾਰੇ ਸੰਘਰਸ਼ ਦੇ ਹਿੱਸੇ ਵਿੱਚ ਇੱਕ ਸੰਘਰਸ਼ ਦਾ ਉਹ ਮਾਣਮੱਤਾ ਪੰਨਾ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜਿੱਥੇ ਇੱਥੇ ਵੀ ਉਹੀ ਆ ਕਿ ਸਟੇਟ ਨੇ ਬ੍ਰਿਗੇਡੀਅਰ ਸਾਹਿਬ ਨਾਲ ਧੱਕਾ ਕੀਤਾ ਤੇ ਇਸ ਵੇਲੇ ਵੀ ਸਟੇਟ ਆ ਜਿਹੜੀ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ। ਤੇ ਸਾਨੂੰ ਲੱਗਦਾ ਕਿ ਸਾਨੂੰ ਆਪਣੇ ਇਤਿਹਾਸ ਤੋਂ ਜਾਣੂ ਹੋ ਕੇ ਹੀ ਸਮਕਾਲ ਦੀਆਂ ਪਰਿਸਥਿਤੀਆਂ ਨਾਲ ਸਿੱਝਿਆ ਜਾ ਸਕਦਾ ਤੇ ਉਹੀ ਸਾਡੀ ਕੋਸ਼ਿਸ਼ ਹੈ। ਤੇ ਮੈਨੂੰ ਲੱਗਦਾ ਕਿ ਇਤਿਹਾਸ ਜਿਹੜਾ ਆਪਣੇ ਆਪ ਨੂੰ ਜਿੱਦਾਂ ਮੁੜ ਦੁਹਰਾਉਂਦਾ ਹੈ ਤੇ ਜੋ ਕਿਸਾਨ ਜਿਹੜੇ ਨੇ ਉਹ ਸੰਘਰਸ਼ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੇ ਨੇ, ਜਿਸ ਤਰ੍ਹਾਂ ਬ੍ਰਿਗੇਡੀਅਰ ਸਾਹਿਬ ਦੇ ਨਾਲ ਹੋਇਆ ਸੀ, ਉਸੇ ਤਰ੍ਹਾਂ ਕਿਸਾਨਾਂ ਨੂੰ NIA ਦੇ ਨੋਟਿਸਿਸ ਵੀ ਆ ਰਹੇ ਨੇ, ਕੀ ਕਹੋਗੇ? ਜੀ ਦੇਖੋ, ਇਹ ਸਰਕਾਰਾਂ ਦੀਆਂ ਆਪਣੀਆਂ ਪਾਲਿਸੀਜ਼ ਹੁੰਦੀਆਂ ਨੇ, ਉਹਨਾਂ ਦਾ ਹਰ ਚੀਜ਼ ਨੂੰ ਨਜਿੱਠਣ ਦਾ ਇੱਕ ਆਪਣਾ ਢੰਗ ਹੁੰਦਾ ਤੇ ਅਸੀਂ ਤਾਂ ਦੁਆ ਕਰਦੇ ਹਾਂ ਕਿ ਇਹ ਸਾਰੀਆਂ ਚੀਜ਼ਾਂ 'ਚ ਇੱਕ ਸੁਖਾਵਾਂ ਹੱਲ ਨਿਕਲੇ ਤੇ ਅਸੀਂ ਜੀ। ਪਰਮਜੀਤ ਜੀ, ਮੁੜ ਜੇ ਮੁੱਦੇ ਵੱਲ ਨੂੰ ਆਈਏ, ਫਿਲਮ ਦੀ ਗੱਲ ਕਰੀਏ ਤੇ ਜਦੋਂ ਅਸੀਂ ਕਿਸੇ ਨੂੰ ਦੱਸਦੇ ਹਾਂ ਡਾਕਿਊ ਡਰਾਮਾ, ਕਿਉਂਕਿ ਹੁਣ ਤੱਕ ਅਸੀਂ ਫੀਚਰ ਸੁਣਿਆ ਸੀ, ਸ਼ਾਰਟ ਫਿਲਮ ਸੁਣਿਆ ਸੀ, ਤੇ ਡਾਕਿਊ ਡਰਾਮਾ ਤਾਂ ਹੋ ਸਕਦਾ ਕਿ ਨੌਜਵਾਨੀ ਨੂੰ ਪਤਾ ਨਹੀਂ ਲੱਗੇ, ਖਾਸ ਕਰ ਉਹਨਾਂ ਲੋਕਾਂ ਨੂੰ ਜਿਨ੍ਹਾਂ ਦਾ ਬੈਕਗਰਾਊਂਡ ਜਿਹੜਾ ਉਹ ਤਾਲੁਕ ਨਹੀਂ ਰੱਖਦੇ ਮੀਡੀਆ ਨਾਲ ਜਾਂ ਜਰਨਲਿਜ਼ਮ ਨਾਲ। ਦੇਖੋ ਜੀ, ਦੋ ਸਾਡੇ ਕੋਲ ਮੁੱਖ ਜੈਨਰ ਨੇ, ਇੱਕ ਡਾਕੂਮੈਂਟਰੀ ਆ, ਇੱਕ ਫੀਚਰ ਆ। ਫੀਚਰ ਨੂੰ ਅਸੀਂ ਡਰਾਮਾ ਵੀ ਕਹਿ ਦਿੰਦੇ ਹਾਂ ਤੇ ਇਹ ਦੋਨਾਂ ਚੀਜ਼ਾਂ ਦਾ ਰਲੇਵਾਂ ਆ। ਇਹਦੇ ਵਿੱਚ ਇੱਕ ਹਿੱਸਾ ਡਾਕੂਮੈਂਟਰੀ ਦਾ, ਡਾਕੂਮੈਂਟਰੀ ਮਤਲਬ ਅਸੀਂ ਡਾਕੂਮੈਂਟੇਸ਼ਨ ਕੀਤੀ ਆ, ਦਸਤਾਵੇਜ਼ ਇਕੱਠੇ ਕੀਤੇ, ਉਹ ਭਾਵੇਂ ਅਖਬਾਰ ਸੀ, ਭਾਵੇਂ ਲੋਕ ਸੀ ਜਿਹੜੇ ਉਸ ਵੇਲੇ ਜਿਉਂਦੇ ਸੀ, ਜਾਂ ਬ੍ਰਿਗੇਡੀਅਰ ਸਾਹਿਬ ਦੀਆਂ ਫਾਈਲਾਂ ਸੀ। ਦੂਸਰੇ ਪਾਸੇ ਅਸੀਂ ਉਹਨਾਂ ਦੀ ਜ਼ਿੰਦਗੀ ਦੇ ਕੁਝ ਹਿੱਸੇ ਨੂੰ ਦੁਬਾਰਾ ਪੁਨਰ ਫਿਲਮਾਂਕਣ ਕਰਨ ਦਾ ਯਤਨ ਕੀਤਾ, ਇਸ ਲਈ ਇਸ ਨੂੰ ਅਸੀਂ ਡਾਕੂ ਡਰਾਮਾ ਕਹਿੰਦੇ ਆ, ਜਿਹਦੇ ਵਿੱਚ ਡਾਕੂਮੈਂਟਰੀ ਪੋਰਸ਼ਨ ਵੀ ਹੁੰਦਾ ਤੇ ਫੀਚਰ ਫਿਲਮ ਦਾ ਅੰਸ਼ ਵੀ ਹੁੰਦਾ। ਦਸਤਾਵੇਜ਼ਾਂ ਨੂੰ ਡਰਾਮੈਟਿਕ ਤਰੀਕੇ ਦੇ ਨਾਲ ਜਦੋਂ ਤੁਸੀਂ ਫਿਲਮਾਉਂਦੇ ਹੋ ਤੇ ਅਸੀਂ ਹੁਣ ਜੋ ਬ੍ਰਿਗੇਡੀਅਰ ਪ੍ਰੀਤਮ ਸਿੰਘ ਨੇ ਉਹਨਾਂ ਬਾਰੇ YouTube ਤੇ ਜਾਂ ਸੋਸ਼ਲ ਮੀਡੀਆ ਦੇ ਕਿਸੇ ਪਲੇਟਫਾਰਮ ਤੇ ਪੰਚ ਕਰਦੇ ਹਾਂ ਤਾਂ ਸਾਨੂੰ ਕੁਝ ਕੁ ਇੰਟਰਵਿਊਜ਼ ਮਾਤਰ ਹੀ ਮਿਲਦੀਆਂ, ਕੋਈ ਪ੍ਰੋਪਰ ਪਰਮਾਨੈਂਟ ਡਾਕੂਮੈਂਟਰੀ ਨਹੀਂ ਮਿਲਦੀ। ਸੋ ਤੁਸੀਂ ਇਸ ਨੂੰ ਫਿਲਮਾਉਣ ਤੋਂ ਪਹਿਲਾਂ ਆਊਟਕਮ ਬਾਰੇ ਸੋਚਿਆ, ਰਿਸਪੌਂਸ ਬਾਰੇ ਸੋਚਿਆ, ਜਾਂ ਵਾਟ ਵਾਸ ਦ ਪਰਟੀਕੂਲਰ ਥਾਟ ਦੈਟ ਪਿੰਗ ਇਨ ਯੂਰ ਮਾਈਂਡ? ਦੇਖੋ, ਇਹ ਪਹਿਲਾ ਥਾਟ ਤੇ ਸਾਡੇ ਪ੍ਰੋਡਿਊਸਰ ਸਾਹਿਬ ਨੇ ਸਰਦਾਰ ਕਰਨਵੀਰ ਸਿੰਘ ਸੀਵੀਆ ਜੀ, ਤਾਂ ਉਹ ਉਹਨਾਂ ਦੇ ਫਾਦਰ ਸਾਹਿਬ ਤੇ ਬ੍ਰਿਗੇਡੀਅਰ ਸਾਹਿਬ ਦੋਸਤ ਸੀ ਤੇ ਇਹ ਉਹਨਾਂ ਦੀਆਂ ਕਹਾਣੀਆਂ ਸੁਣਦੇ ਰਹਿੰਦੇ ਸੀ ਤੇ ਉਹ ਬਹੁਤ ਸਾਲਾਂ ਤੋਂ ਸੋਚ ਰਹੇ ਸੀ ਕਿ ਕੁਝ ਬਣਾਵਾਂਗੇ ਤੇ ਇਤਫਾਕ ਨਾਲ ਸਾਡਾ ਮੇਲ ਹੋਇਆ
ਤੇ ਜਿਸ ਦੇ ਵਿੱਚੋਂ ਇਹ ਇੱਕ ਅੱਛਾ ਪ੍ਰੋਜੈਕਟ ਨਿਕਲਿਆ। ਤੇ ਜਦੋਂ ਅਸੀਂ ਇਹ ਆਊਟਕਮ ਲਈ ਨਹੀਂ ਸੀ, ਸਾਡਾ ਮਕਸਦ ਇਹ ਸੀ ਕਿ ਲੋਕਾਂ ਸਾਹਮਣੇ ਸੱਚ ਆਉਣਾ ਚਾਹੀਦਾ ਤੇ ਆਊਟਕਮ ਆਪਣੇ ਆਪ ਬਣਦੇ ਰਹਿੰਦੇ ਆ ਜਦੋਂ ਤੁਸੀਂ ਇਸ ਤਰ੍ਹਾਂ ਦੀ ਗੱਲ ਲੈ ਕੇ ਚੱਲਦੇ ਹੋ। ਜੀ ਬਹੁਤ ਬਹੁਤ ਸ਼ੁਕਰੀਆ, ਬੜਾ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਜੀ ਦੋਸਤੋ, ਇਹ ਸਨ ਡਾਕਟਰ ਪਰਮਜੀਤ ਸਿੰਘ ਕੱਟੂ ਜੋ ਇਸ ਫਿਲਮ ਦੇ ਡਾਇਰੈਕਟਰ ਸੀ ਤੇ ਰਾਈਟਰ ਦੇ ਤੌਰ ਤੇ ਇਹਨਾਂ ਨੇ ਕੰਮ ਕੀਤਾ। ਇਸ ਫਿਲਮ ਦੀ ਹੋਰ ਕਾਸਟ ਨਾਲ ਵੀ ਅਸੀਂ ਤੁਹਾਡੀ ਗੱਲਬਾਤ ਜ਼ਰੂਰ ਕਰਵਾ ਰਹੇ ਹਾਂ। ਕਹਿੰਦੇ ਨੇ ਉਰਦੂ ਦਾ ਮੈਂ ਦੋਖੀ ਨਹੀਂ, ਦੁਸ਼ਮਣ ਨਹੀਂ ਅੰਗਰੇਜ਼ੀ ਦਾ, ਪੁੱਛਦੇ ਹੋ ਮੇਰੇ ਦਿਲ ਦੀ ਬੋਲੀ, ਹਾਂਜੀ ਹਾਂ ਪੰਜਾਬੀ ਹੈ, ਮੇਰੀ ਮਾਂ ਪੰਜਾਬੀ ਹੈ। ਅੱਜ ਸਾਡੇ ਨਾਲ ਹੁਣ ਇੱਥੇ ਮੌਜੂਦ ਨੇ ਫਿਲਮ ਦ ਸੇਵੀਅਰ ਦੇ ਪ੍ਰੋਡਿਊਸਰ ਮਿਸਟਰ ਕਰਮਵੀਰ ਸਿੰਘ ਸੀਵੀਆ। ਬਹੁਤ ਬਹੁਤ ਸਵਾਗਤ ਹੈ ਤੁਹਾਡਾ TVNRI ਤੇ। ਥੈਂਕ ਯੂ ਸੋ ਮਚ। ਸਰ, ਕੀ ਸੋਚਿਆ ਸੀ ਇਸ ਫਿਲਮ ਤੇ ਇਨਵੈਸਟ ਕਰਨ ਤੋਂ ਪਹਿਲਾਂ? ਐਕਚੁਅਲੀ ਇਹ ਜਿਹੜੀ ਡਾਕੂਮੈਂਟਰੀ ਹੈ ਇਹਦੇ ਵਿੱਚ ਕਮਰਸ਼ੀਅਲ ਐਸਪੈਕਟ ਤਾਂ ਕਦੇ ਸੋਚਿਆ ਵੀ ਨਹੀਂ ਜੀ। ਬਿਕੋਜ਼ ਇਹ ਮੇਰੇ ਦਿਲ ਦੇ ਬਹੁਤ ਨਜ਼ਦੀਕ ਸੀਗਾ ਤੇ ਅਸੀਂ ਜਦੋਂ ਇਹਨੂੰ ਸ਼ੁਰੂ ਕੀਤਾ ਤੇ ਇਹ ਅੰਦਾਜ਼ਾ ਨਹੀਂ ਸੀਗਾ ਕਿ ਅਸੀਂ ਇੰਨੇ ਵੱਡੇ ਪੈਮਾਨੇ ਤੇ ਇਹਨੂੰ ਲੈ ਕੇ ਜਾਵਾਂਗੇ। ਉਦੋਂ ਤਾਂ ਇਹ ਸੀਗੀ ਕੋਸ਼ਿਸ਼ ਕਿ ਕਿ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੀ ਗੱਲ ਕਰਨ ਦੀ ਲੋੜ ਹੈ ਤੇ ਉਦੋਂ ਇਹੀ ਸੀਗਾ ਕਿ ਅਸੀਂ ਇੱਕ ਛੋਟਾ ਕੁਝ YouTube ਵਾਸਤੇ ਚੈਨਲ ਲਈ ਜਾਂ ਕੋਈ ਹੋਰ ਐਸਾ ਕੋਈ ਛੋਟੀ ਪਲੇਟਫਾਰਮ ਵਾਸਤੇ ਕੁਝ ਤਿਆਰ ਕਰੀਏ। ਪਰ ਜਦੋਂ ਅਸੀਂ ਇਹਦੀ ਰਿਸਰਚ ਸ਼ੁਰੂ ਕੀਤੀ ਤੇ ਪੁੰਛ ਗਏ ਤੇ ਪੁੰਛ ਦੇ ਲੋਕਾਂ ਨਾਲ ਜਦੋਂ ਗੱਲ ਕੀਤੀ ਫਿਰ ਅੰਦਾਜ਼ਾ ਹੋਇਆ ਕਿ ਇਹ ਕਹਾਣੀ ਦੁਨੀਆ ਤੱਕ ਪਹੁੰਚਣ ਦੀ ਲੋੜ ਹੈ। ਮੈਂ ਆਪਣਾ ਐਕਸਪੀਰੀਅੰਸ ਦੱਸਦਾ ਕਿ ਬ੍ਰਿਗੇਡੀਅਰ ਪ੍ਰੀਤਮ ਸਿੰਘ ਸੰਗਰੂਰ ਪਿੰਡ ਦੇ ਕਲਾਂ ਤੋਂ ਹੈਗੇ ਨੇ। ਮੈਂ ਵੀ ਸੰਗਰੂਰ ਨੂੰ ਬਿਲੋਂਗ ਕਰਦਾ ਔਰ ਮੇਰੇ ਬਜ਼ੁਰਗਾਂ ਦੇ ਨਾਲ ਬਹੁਤ ਅੱਛੇ ਤਾਲੁਕ ਸੀਗੇ ਬ੍ਰਿਗੇਡੀਅਰ ਸਾਹਿਬ ਦੇ। ਪਰ ਮੈਨੂੰ ਆਪ ਨਹੀਂ ਅੰਦਾਜ਼ਾ ਸੀਗਾ, ਹਾਲਾਂਕਿ ਸੰਗਰੂਰ ਦੇ ਨਿਵਾਸੀ ਹੋਣ ਦੇ ਬਤੌਰ ਕਿ ਉਹ ਐਡੀ ਵੱਡੀ ਸ਼ਖਸੀਅਤ ਸੀਗੇ ਤੇ ਉਹਨਾਂ 'ਚ ਇੰਨੀ ਨਿਮਰਤਾ ਕਿ ਉਹਨਾਂ ਨੇ ਕਦੇ ਕੋਈ ਜ਼ਿਕਰ ਹੀ ਨਹੀਂ ਕੀਤਾ ਕਦੇ। ਸੋ ਇਹ ਕਿਸੇ ਨਾ ਕਿਸੇ ਨੂੰ ਇਹ ਚੈਲੰਜ ਜ਼ਰੂਰ ਚੁੱਕਣ ਦੀ ਲੋੜ ਸੀਗੀ ਤੇ ਮੈਂ ਵਾਹਿਗੁਰੂ ਦਾ ਬਹੁਤ ਵੱਡਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਇਹ ਸੇਵਾ ਸਾਡੀ ਝੋਲੀ 'ਚ ਪਾਈ ਤੇ ਅਸੀਂ ਇਹਨੂੰ ਬਹੁਤ ਕੋਸ਼ਿਸ਼ ਕੀਤੀ ਹੈ ਵੀ ਉਹਨਾਂ ਦੀ ਆਵਾਜ਼ ਇਹ ਪੁੰਛ ਦੀ ਆਵਾਜ਼ ਵੀ ਹੈ ਕਿ ਜਿਹੜੇ ਉੱਥੋਂ ਦੇ ਹਜ਼ਾਰਾਂ ਲੋਕ ਜਿਹੜਿਆਂ ਨੂੰ ਬੇਘਰ ਹੋ ਗਏ ਸੀਗੇ, ਜਿਹੜੇ ਤਕਰੀਬਨ ਮੌਤ ਦੀ ਇੰਤਜ਼ਾਰ ਕਰ ਰਹੇ ਸੀਗੇ ਕਿਉਂਕਿ ਪੁੰਛ ਦੀ ਜਿਹੜੀ ਇਲਾਕਾ ਹੈ ਉਹ ਸਮਝਣ ਦੀ ਲੋੜ ਹੈ ਕਿ ਉਹ 1640 ਕਿਲੋਮੀਟਰ ਸਕੁਆਇਰ ਏਰੀਆ ਹੈਗਾ ਉਹਦਾ ਏਰੀਆ, ਟੋਟਲ ਏਰੀਆ ਪ੍ਰਿੰਸੀਪੈਲਿਟੀ ਦਾ। ਉਹਦੇ ਵਿੱਚੋਂ ਜਦੋਂ ਪ੍ਰੀਤਮ ਸਿੰਘ ਹੁਣੀ 21 ਨਵੰਬਰ 1947 ਨੂੰ ਉੱਥੇ ਪਹੁੰਚਦੇ ਨੇ ਤੇ ਸਿਰਫ 1.5 ਕਿਲੋਮੀਟਰ ਬਾਈ 1.5 ਕਿਲੋਮੀਟਰ ਦਾ ਏਰੀਆ ਉਹ ਪੁੰਛ ਗੈਰੀਸਨ ਦੇ ਕਬਜ਼ੇ 'ਚ ਸੀਗਾ। ਬਾਕੀ ਸਾਰਾ ਏਰੀਆ ਜਿਹੜਾ ਹੈ ਉਹ ਲਸ਼ਕਰ ਤੇ ਪਾਕਿਸਤਾਨ ਆਰਮੀ ਨੇ ਟੇਕ ਓਵਰ ਕਰ ਲਿਆ ਸੀਗਾ ਤੇ ਉਹ 1.5 ਕਿਲੋਮੀਟਰ ਬਾਈ 1.5 ਕਿਲੋਮੀਟਰ ਦੇ ਵਿੱਚ 40,000 ਜਿਹੜੇ ਸ਼ਰਨਾਰਥੀ ਪਲੱਸ ਲੋਕਲ ਰੈਜ਼ੀਡੈਂਟਸ ਉਹ ਸਿਰਫ ਤੇ ਸਿਰਫ ਮੌਤ ਦਾ ਇੰਤਜ਼ਾਰ ਕਰ ਰਹੇ ਸੀਗੇ। ਐਂਡ ਬ੍ਰਿਗੇਡੀਅਰ ਪ੍ਰੀਤਮ ਸਿੰਘ ਅਰਾਈਵਜ਼ ਇਨ ਪੁੰਛ ਤੇ ਉੱਥੋਂ ਉਹਨਾਂ ਦਾ ਜਿਹੜਾ ਹੈ ਉਹ ਜਰਨੀ ਹੈ, ਉਹਨਾਂ ਨੂੰ ਜਿਹੜਾ ਖਿਤਾਬ ਦਿੱਤਾ ਹੈ ਸੇਵੀਅਰ ਆਫ ਪੁੰਛ ਦਾ, ਨਮਕਦਾਨੀ, ਰਿਜ਼ਕਦਾਨੀ, ਹਜ਼ਾਰਾਂ ਨਾਮ ਨੇ ਉਹਨਾਂ ਦੇ। ਇੰਨੀਆਂ ਖੂਬਸੂਰਤ ਵਾਰਾਂ ਲੋਕਾਂ ਨੇ ਗਾਈਆਂ ਨੇ ਤੇ ਫਿਰ ਸਾਨੂੰ ਅੰਦਾਜ਼ਾ ਹੋਇਆ ਵੀ ਇਹ ਕਹਾਣੀ ਜਿਹੜੀ ਹੈ ਇਹ ਵੱਡੇ ਪਰਦੇ ਤੇ ਜ਼ਰੂਰ ਸਾਨੂੰ ਲੈ ਕੇ ਆਉਣੀ ਚਾਹੀਦੀ ਹੈ। ਇਹ ਤਾਂ ਇਹ ਸਾਰਾ ਜਿਹੜਾ ਉਪਰਾਲਾ ਹੋਇਆ ਉਸ ਤੋਂ ਬਾਅਦ ਇਹ ਸ਼ੁਰੂ ਹੋਇਆ। ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਕੁਝ ਜਿਹੜੀਆਂ ਚੀਜ਼ਾਂ ਨੇ ਉਹ ਇਤਿਹਾਸ ਦੇ ਪੰਨਿਆਂ ਵਿੱਚ ਦਫਨ ਹੋ ਜਾਂਦੀਆਂ ਨੇ ਤੇ ਦਰਜ ਕਰਕੇ ਉਹਨਾਂ ਨੂੰ ਲੋਕਾਂ ਅੱਗੇ ਲੈ ਕੇ ਆਉਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। ਬ੍ਰਿਗੇਡੀਅਰ ਪ੍ਰੀਤਮ ਸਿੰਘ ਇਹ ਕਿਹਾ ਜਾਂਦਾ ਉਹਨਾਂ ਵਾਸਤੇ ਮਸ਼ਹੂਰ ਹੈ ਕਿ ਜੋ ਮੁਸਲਿਮ ਉੱਥੇ ਕਮਿਊਨਿਟੀ ਦੇ ਲੋਕ ਵੀ ਸੀ ਜਾਂ ਜੋ ਧੀਆਂ ਭੈਣਾਂ ਦੀ ਆਬਰੂ ਦੀ ਰੱਖਿਆ ਉਹਨਾਂ ਨੇ ਉਸ ਵੇਲੇ ਕੀਤੀ ਤੇ ਹੀ ਵਾਜ਼ ਰਿਵਾਰਡਡ ਐਜ਼ ਦ ਲਾਇਨ ਆਫ ਪੁੰਛ, ਐਜ਼ ਅ ਸੇਵੀਅਰ ਆਫ ਪੁੰਛ, ਬਟ ਇਨਸਟੈਡ ਆਫ ਇਟ ਈਵਨ ਹੀ ਵਾਜ਼ ਡੈਕੋਰੇਟਡ ਬਾਈ ਸੋ ਮੈਨੀ ਮੈਡਲਸ, ਬਟ ਉਹਨਾਂ ਨੂੰ ਕੋਰਟ ਮਾਰਸ਼ਲ ਕਰ ਦਿੱਤਾ ਗਿਆ। ਤੇ ਕੀ ਕਹੋਗੇ ਇੰਨੀ ਨਾਇਨਸਾਫੀ ਕਿਉਂ, ਜਾਂ ਸਰਕਾਰਾਂ ਦਾ ਕਿਸ ਤਰ੍ਹਾਂ ਦਾ ਜ਼ਿਹਨ ਦੇ ਵਿੱਚ ਉਹਨਾਂ ਦਾ ਖਿਆਲ? ਦੇਖੋ ਵੀ 1947 ਚ ਮੁਲਕ ਆਜ਼ਾਦ ਹੋਇਆ ਸੀਗਾ, ਸਿਆਸਤ ਵੀ ਨਵੀਂ ਸੀਗੀ ਤੇ ਜਿਹੜੀ ਪੁੰਛ ਦੀ ਪ੍ਰਿੰਸੀਪੈਲਿਟੀ ਹੈ ਉਹਦੇ ਵਿੱਚ ਮੇਜਰ ਪੋਪੂਲੇਸ਼ਨ ਮੁਸਲਿਮਸ ਦੀ ਸੀਗੀ ਤੇ ਮੁਸਲਿਮਸ ਨੇ ਹੀ ਰਿਵੋਲਟ ਸ਼ੁਰੂ ਕੀਤਾ ਤੇ ਜਦੋਂ ਇਹ ਹਾਲਾਤ ਹੋਏ ਤੇ ਆਟੋਮੈਟਿਕਲੀ ਉਹਨਾਂ ਨੂੰ ਜਦੋਂ ਉੱਥੋਂ ਵਾਪਸ ਪੁਸ਼ਬੈਕ ਕੀਤਾ ਤੇ ਕੁਝ ਇਹ ਵੀ ਸੀਗਾ ਇਹਦੇ ਵਿੱਚ ਵੀ ਅਸੀਂ ਜ਼ਿਕਰ ਕੀਤਾ ਹੈ ਕਿ ਲੋਕਾਂ ਨੇ ਇਹ ਮਹਿਸੂਸ ਕੀਤਾ ਵੀ ਜਦੋਂ ਸੀਜ਼ਫਾਇਰ ਹੋਇਆ 1 ਜਨਵਰੀ 1949 ਨੂੰ ਉਹ ਬਹੁਤ ਜਲਦੀ ਕੁਝ ਸਰਕਾਰਾਂ ਨੇ ਉਹਦਾ ਫੈਸਲਾ ਕਰ ਲਿਆ
ਜੇ ਸ਼ਾਇਦ ਨਾ ਹੁੰਦਾ ਤੇ ਅਸੀਂ ਉਹ ਜਿਹੜਾ ਬਾਕੀ ਦਾ ਪੀਓਕੇ ਦਾ ਇਲਾਕਾ ਹੈ, ਤੁਹਾਡਾ ਸਕਾਡੂ ਹੈ, ਤੁਹਾਡਾ ਰਾਵਲਾਕੋਟ ਹੈ, ਤੁਹਾਡਾ ਹਵੇਲੀ ਹੈ, ਮੈਂਡਰ ਹੈ, ਇਹ ਸਾਰੇ ਏਰੀਏ ਇਹ ਆਪਣੇ ਕਬਜ਼ੇ 'ਚ ਆ ਜਾਣੇ ਸੀਗੇ। ਪਰ ਉੱਥੇ ਜਾ ਕੇ ਮਹਿਸੂਸ ਹੁੰਦਾ ਹੈ ਕਿ ਕਿਤੇ ਸਰਕਾਰ ਦਾ ਇੰਨਾ ਤਵੱਜੋ ਨਹੀਂ ਸੀਗਾ ਕਿ ਸਾਨੂੰ ਸਾਡੀਆਂ ਫੋਰਸਿਸ ਨੂੰ ਅੱਗੇ ਜਾਣਾ ਚਾਹੀਦਾ ਹੈ। ਸੋ ਉਹਨਾਂ ਦੀਆਂ ਉਸ ਵਕਤ ਦੀਆਂ ਹਕੂਮਤਾਂ ਨੇ ਆਪਦੇ ਡਿਸੀਜਨ ਸੀਗਾ, ਬਟ ਇਸ ਕਰਕੇ ਆ ਜਿਹੜਾ ਪੀਓਕੇ ਦਾ ਮਸਲਾ ਹੈ ਇੰਨੇ ਸਾਲਾਂ ਤੋਂ ਹੀ ਅੱਜ ਵੀ ਉਸ ਤਰ੍ਹਾਂ ਹੀ ਬਰਕਰਾਰ ਹੈ। ਇੱਕ ਆਖਰੀ ਸਵਾਲ ਇਹ ਹੈ, ਜਿਵੇਂ ਤੁਸੀਂ ਕਿਹਾ ਕਿ ਪੁੰਛ ਗਏ, ਉੱਥੇ ਰਿਸਰਚ ਕੀਤੀ, ਲੋਕਾਂ ਨਾਲ ਗੱਲਬਾਤ ਕੀਤੀ, ਤਾਂ ਉੱਥੇ ਲੋਕਾਂ ਨਾਲ ਗੱਲਬਾਤ ਦੇ ਦੌਰਾਨ ਉਹਨਾਂ ਦੀ ਜ਼ਹਿਨੀ ਤੇ ਅਦਬੀ ਹਾਲਾਤ ਔਰ ਹਾਲਤ ਕਿਸ ਤਰ੍ਹਾਂ ਦੀ ਲੱਗੀ ਕਿ ਸਾਡੇ 'ਚ ਵਾਕਈ ਜੋ ਜ਼ਹਿਨੀ ਵਖਰੇਵਾਂ ਹੈ ਜਾਂ ਇਹ ਸਰਕਾਰਾਂ ਵੱਲੋਂ, ਸਮੇਂ ਦੀਆਂ ਸਰਕਾਰਾਂ ਵੱਲੋਂ ਕ੍ਰੀਏਟ ਕਰ ਦਿੱਤਾ ਗਿਆ? ਐਕਚੁਅਲੀ ਕਿਉਂਕਿ ਪੁੰਛ ਇੱਕ ਬਹੁਤ ਵੱਖਰਾ ਸਬਜੈਕਟ ਹੈ, ਕਿਉਂਕਿ ਉਹ ਮੈਂ ਜਿਸ ਤਰ੍ਹਾਂ ਜ਼ਿਕਰ ਕੀਤਾ ਵੀ ਇਟ ਵਾਜ਼ ਅ ਮੁਸਲਿਮ ਡੋਮੀਨੇਟਡ ਸਟੇਟ, ਤੇ ਇੱਕਦਮ ਜਦੋਂ ਸਾਰੇ ਆਪਣਾ ਹਿੰਦੂਸ ਤੇ ਸਿੱਖ ਆ ਕੇ ਉਹਨਾਂ ਦਾ ਇਨਫਲਕਸ ਆਇਆ, ਤੇ ਨੈਚੁਰਲੀ ਉਸ ਕਿਸਮ ਦੀ ਜਿਹੜੀ ਕਲਚਰ ਸੀਗੀ, ਜਿਹੜੀ ਸਾਡੀ ਪਾਕਿਸਤਾਨ ਤੋਂ ਸੀਗੀ, ਉਹ ਆ ਕੇ ਇੱਥੇ ਆ ਕੇ ਲੋਕ ਵਸੇ। ਔਰ ਇਹਨਾਂ ਲੋਕਾਂ ਦੇ ਵਿੱਚ ਜਿਹੜੀਆਂ ਅਸੀਂ ਬ੍ਰਿਗੇਡੀਅਰ ਪ੍ਰੀਤਮ ਸਿੰਘ ਹੋਣਾ ਨੇ 8 ਤੇ 11 ਮਲੇਸ਼ੀਆ ਵੀ ਤਿਆਰ ਕੀਤਾ, ਤੇ ਇਹਨਾਂ ਨੂੰ ਐਜ਼ ਅ ਫਾਈਟਿੰਗ ਫੋਰਸ ਤਿਆਰ ਕੀਤਾ, ਤੇ ਇਹਦੇ ਵਿੱਚੋਂ ਜਦੋਂ ਲੋਕ ਤਿਆਰ ਹੋਏ ਤੇ ਇਹਨਾਂ ਨੇ ਡਿਫੈਂਡ ਕੀਤਾ ਪੁੰਛ। ਸੋ ਇਹ ਮਿਲਟਰੀ ਐਸਪੈਕਟ ਤੇ ਵੀ ਬਹੁਤ ਵੱਖਰੀ ਕਹਾਣੀ ਹੈ, ਵਿਲੱਖਣ ਹੈ, ਕਿ ਜਿੱਥੇ ਆਰਮੀ ਤੇ ਸਿਵਲ ਪਾਪੂਲੇਸ਼ਨ ਨੇ ਬਰਾਬਰ ਮੋਢੇ ਨਾਲ ਮੋਢਾ ਲਾ ਕੇ ਲੜੇ ਨੇ ਲੜਾਈਆਂ 'ਚ, ਉਹ ਵੀ ਅਸੀਂ ਸ਼ੋਅ ਕੀਤਾ ਇਸ 'ਤੇ। ਸੋ ਪੰਜਾਬੀ ਫਿਲਮ ਸਿਨੇਮਾ ਦੇ ਵਿੱਚ ਆਪਣੇ ਆਪ ਦੇ ਵਿੱਚ ਮਾਈਲਸਟੋਨ ਮੇਰੇ ਹਿਸਾਬ ਨਾਲ ਹੋਣ ਜਾ ਰਹੀ ਹੈ ਫਿਲਮ। ਸੋ ਬਹੁਤ ਬਹੁਤ ਸ਼ੁਕਰੀਆ ਕਿ ਮੈਨੂੰ ਖੁਸ਼ੀ ਹੁੰਦੀ ਹੈ ਦੱਸਦਿਆਂ ਕਿ ਇਸ ਕਿਸਮ ਦੇ ਲੋਕ ਅੱਜ ਵੀ ਮੌਜੂਦ ਨੇ ਜੋ ਖਾਲੀ ਰੋਮਾਂਟਿਕ ਸਟੋਰੀਜ਼ ਨੂੰ ਫਿਲਮਾਉਣ ਤੋਂ ਇਲਾਵਾ ਕੁਝ ਸੋਚਦੇ ਆ ਕਿ ਰਿਸਰਚ ਬੇਸਡ ਪ੍ਰੋਜੈਕਟਸ ਜਿਹੜੇ ਨੂੰ ਲੈ ਕੇ ਆਇਆ ਜਾਣ। ਬਹੁਤ ਬਹੁਤ ਸ਼ੁਕਰੀਆ, ਬਹੁਤ ਧੰਨਵਾਦ। ਸਾਡੇ ਨਾਲ ਸੀਨੀਅਰ ਐਨਾਲਿਸਟ ਮਿਸਟਰ ਮਨਬੀਰ ਸਿੰਘ ਖਹਿਰਾ ਮੌਜੂਦ ਨੇ। ਆਫਟਰ ਦ ਸਕਰੀਨਿੰਗ ਹੁਣ ਇਹਨਾਂ ਦੇ ਵਿਊਜ਼ ਲੈ ਲੈਂਦੇ ਆ, ਕਿਸ ਤਰ੍ਹਾਂ ਇਹਨਾਂ ਨੂੰ ਲੱਗਿਆ। ਇਹ ਜੋ ਅੱਜ ਮੂਵੀ ਦਾ ਪ੍ਰੀਮੀਅਰ ਹੋਇਆ, ਇੱਕ ਬਹੁਤ ਹੀ ਬਿਹਤਰੀਨ ਮੂਵੀ ਮੈਂ ਸਮਝਦਾ ਕਿ ਇੰਡੀਅਨ ਸਿਨੇਮਾ ਦੇ ਇਤਿਹਾਸ ਦੇ ਵਿੱਚ ਇੱਕ ਬਹੁਤ ਹੀ ਬਿਹਤਰੀਨ ਮੂਵੀ ਆ, ਔਰ ਹਰ ਪੱਖ ਇਹਦਾ ਕਮਾਲ ਨਾਲ, ਇਹਦਾ ਫਿਲਮਾਂਕਣ, ਸਿਨੇਮੈਟੋਗ੍ਰਾਫੀ, ਇਹਦਾ ਜੋ ਸਕਰੀਨ ਪਲੇ ਸੀਗਾ, ਔਰ ਜਿਸ ਤਰ੍ਹਾਂ ਇਹਨੂੰ ਡਿਸਕ੍ਰਾਈਬ ਕੀਤਾ ਗਿਆ, ਜਿਨ੍ਹਾਂ ਲੋਕੇਸ਼ਨਸ ਇਹਦੀ ਸ਼ੂਟਿੰਗ ਕੀਤੀ ਗਈ, ਹਰ ਪੱਖ ਹੀ ਬਹੁਤ ਬਿਹਤਰੀਨ ਸੀ। ਔਰ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਲੀਜੈਂਡ ਜਿਹੜੇ ਇੱਕ ਛੁਪੇ ਹੋਏ ਸੀਗੇ, ਜਿਨ੍ਹਾਂ ਬਾਰੇ ਪਤਾ ਨਹੀਂ ਸੀਗਾ, ਔਰ ਬ੍ਰਿਗੇਡੀਅਰ ਪ੍ਰੀਤਮ ਸਿੰਘ ਇੱਕ ਮਹਾਨ ਯੋਧਾ, ਇੱਕ ਪੰਜਾਬ ਦੇ ਵਾਸਤੇ ਇੱਕ ਮਾਣ ਵਾਲੀ ਗੱਲ ਆ ਕਿ ਪੰਜਾਬ ਦੀ ਧਰਤੀ ਨੇ ਜਿੱਥੇ ਇੰਨੇ ਯੋਧੇ ਪੈਦਾ ਕੀਤੇ, ਉੱਥੇ ਬ੍ਰਿਗੇਡੀਅਰ ਪ੍ਰੀਤਮ ਸਿੰਘ ਵੀ ਉਹਨਾਂ ਦੇ ਯੋਧਿਆਂ ਦੇ ਵਿੱਚ ਇੱਕ ਸਰਮੌਰ ਯੋਧੇ ਹੋਏ ਆ। ਔਰ ਜੋ ਇਸ ਕਹਾਣੀ ਦਾ ਅੰਤ ਦਿਖਾਇਆ ਗਿਆ, ਮੈਂ ਸਮਝਦਾ ਵੀ ਸਾਰਿਆਂ ਦਾ, ਸਾਡੀ ਕਮਿਊਨਿਟੀ ਦਾ ਸਿਰ ਸ਼ਰਮ ਨਾਲ ਝੁਕਦਾ ਕਿ ਐਡੇ ਮਹਾਨ ਯੋਧੇ ਦਾ, ਜਿਨਨੇ ਇੱਕ ਦੇਸ਼ ਦੇ ਵਾਸਤੇ ਇੰਨੀ ਵੱਡੀ ਕੁਰਬਾਨੀ ਕੀਤੀ, ਦੇਸ਼ ਵਾਸਤੇ ਐਡਾ ਵੱਡਾ ਕੰਟਰੀਬਿਊਸ਼ਨ ਕੀਤੀ, ਇੱਕ ਸਟੇਟ ਬਚਾਉਣ ਦਾ ਇੱਕ ਸੇਵੀਅਰ, ਤੇ ਉਹਦੇ ਨਾਲ ਇੰਨਾ ਬਾਅਦ ਧੱਕਾ ਕੀਤਾ ਜਾਵੇ, ਤੇ ਉਹ ਇੱਕ ਬਹੁਤ ਮੈਂ ਦੁੱਖ ਮਹਿਸੂਸ ਕਰ ਰਿਹਾ ਇਸ ਚੀਜ਼ ਲਈ। ਤੁਹਾਨੂੰ ਨਹੀਂ ਲੱਗਦਾ ਕਿ ਇਹ ਜਿਹੜਾ ਫਿਲਮ ਹੈ ਉਹ ਜੋ ਇਸ ਸਮੇਂ ਤੇ ਉਸ ਦਾ ਰਿਲੀਜ਼ ਹੋਣਾ ਪੰਜਾਬ ਦੀ ਕਿਰਸਾਨੀ ਦੇ ਸੰਘਰਸ਼ ਦੇ ਦੌਰਾਨ ਇੱਕ ਅਹਿਮ ਕਦਮ ਹੋਏਗਾ? ਦੇਖੋ, ਪੰਜਾਬ ਦੇ ਜੰਮਿਆਂ ਨੂੰ ਕਹਿੰਦੇ ਨਿੱਤ ਮੁਹਿੰਮਾਂ, ਪੰਜਾਬ ਦੇ ਜਿਹੜੇ ਜੰਮੇ ਇੱਥੇ ਯੋਧੇ ਹੀ ਪੈਦਾ ਹੋਏ ਆ, ਤੇ ਇੱਕ ਯੋਧਿਆਂ ਦੀ ਕੌਮ ਆ, ਇਹ ਯੋਧਿਆਂ ਦੀ ਧਰਤੀ ਆ। ਇਹ ਜਿਉਂ ਜੰਮੇ ਉਦੋਂ ਤੋਂ ਯੋਧੇ ਹੀ ਇਹ ਧਰਤੀ ਪੈਦਾ ਕਰਦੀ ਆਈ, ਔਰ ਕਿਸਾਨ ਵੀ ਉਹੀ ਯੋਧੇ ਆ। ਔਰ ਇਹਨਾਂ ਬ੍ਰਿਗੇਡੀਅਰ ਪ੍ਰੀਤਮ ਸਿੰਘ ਵੱਲੋਂ ਹੀ ਇਹ ਲਗਾਏ ਗਏ ਬੂਟੇ ਆ, ਉਹਨਾਂ ਯੋਧਿਆਂ ਦੀ ਇਹ ਫਸਲ ਆ ਜਿਹੜੀ ਅੱਜ ਉੱਥੇ ਦਿੱਲੀ ਜਾ ਕੇ ਸੰਘਰਸ਼ ਕਰ ਰਹੀ ਆ। ਔਰ ਇਹ ਜ਼ਰੂਰ ਇੱਕ ਅਹਿਮ ਕਦਮ ਹੈ ਕਿਸਾਨ ਸੰਘਰਸ਼ ਵਿੱਚ ਵੀ ਇਹ ਮੂਵੀ ਜਿਹੜੀ ਆ ਸਾਬਤ ਹੋਊਗੀ। ਜੀ, ਥੈਂਕ ਯੂ ਸੋ ਮਚ। ਰਾਜਵਿੰਦਰ ਪੰਗੂ ਜੀ, ਤੁਸੀਂ ਕੀ ਸਮਝਦੇ ਹੋ, ਕਿਸ ਤਰ੍ਹਾਂ ਦੀ ਮੂਵੀ ਇਹ ਲੱਗੀ ਤੁਹਾਨੂੰ? ਇਹ ਜਿਹੜੀ ਮੂਵੀ ਦਾ ਅੱਜ ਆਪਾਂ ਪ੍ਰੀਮੀਅਰ ਦੇਖਿਆ, ਤੇ ਮੈਨੂੰ ਨਹੀਂ ਲੱਗਦਾ ਪੰਜਾਬੀ ਮੂਵੀ ਇੰਡਸਟਰੀ ਦੇ ਵਿੱਚ ਇਦਾਂ ਦੀਆਂ ਮੂਵੀਜ਼ ਅੱਜ ਤੱਕ ਕਦੇ ਬਣੀਆਂ ਨੇ, ਤੇ ਮੈਂ ਵੈਰੀ ਫਸਟ ਮੂਵੀ ਨੂੰ ਦੇਖਿਆ ਇਹ, ਤੇ ਬੜਾ ਅੱਛਾ ਇਹਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲੀ ਮੂਵੀ। ਬੜੀ ਸ਼ਾਨਦਾਰ ਇਹਦੇ ਵਿੱਚ ਦੱਸਿਆ ਗਿਆ ਕਿ ਕਿੱਦਾਂ ਕਿ ਪੰਜਾਬ ਦੇ ਜੰਮੇ ਹੋਏ ਨੇ, ਕਿੱਦਾਂ ਸਟਾਰਟਿੰਗ ਤੋਂ ਲੈ ਕੇ ਜੁਝਾਰੂ ਬੰਦੇ ਆ, ਤੇ ਇਹਨਾਂ ਨੇ ਜੋ ਸੀਗੇ ਲੋਕ ਹੈਗੇ ਕਿ ਉਹਨਾਂ ਨੇ ਬਹੁਤ ਅੱਛੀ ਤਰੀਕੇ ਨਾਲ ਪੋਰਟਰੇ ਕੀਤੀਆਂ ਸਾਰੀਆਂ ਚੀਜ਼ਾਂ, ਤੁਹਾਡੇ ਕਹਿਣ ਤੋਂ ਭਾਵ ਇਹ ਆ। ਅੱਛਾ, ਇੱਕ ਹੋਰ ਸਵਾਲ ਇਹ ਹੈ ਕਿ ਹੁਣ ਜੋ ਸਾਡੀ ਪੀੜ੍ਹੀ ਦੇ ਲੋਕ ਹੈ ਜਾਂ ਜੋ ਮੇਰੀ ਤੁਹਾਡੀ ਏਜ ਦੇ ਲੋਕ ਹੈ, ਅਸੀਂ ਹੁਣ ਤੱਕ ਰੋਮਾਂਟਿਕ ਫਿਲਮਸ ਹੀ ਦੇਖਦੇ ਰਹੇ ਜਾਂ ਬਹੁਤ ਇਸ ਤਰ੍ਹਾਂ ਦੇ ਡਰਾਮਾਸ ਦੇਖਦੇ ਰਹੇ, ਤੁਹਾਨੂੰ ਨਹੀਂ ਲੱਗਦਾ ਮਾਈਲਸਟੋਨ ਸਾਬਿਤ ਹੋਣ ਵਾਲੀ ਹੈ? ਡੈਫੀਨੇਟਲੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ, ਤੇ ਉਮੀਦ ਕਰਦੇ ਹਾਂ ਕਿ ਪੰਜਾਬੀ ਮੂਵੀ ਇੰਡਸਟਰੀਜ਼ ਇੱਦਾਂ ਦੇ ਲੈ ਕੇ ਹੋਰ ਬਹੁਤ ਪ੍ਰੋਜੈਕਟਸ ਲੈ ਕੇ ਆਉਣਗੇ, ਜਿਹਦੇ ਤੋਂ ਕਿ ਸਾਡੀ ਪਨੀਰੀ ਨੂੰ ਕੁਝ ਸੇਧ ਮਿਲ ਸਕੇ। ਜੀ, ਥੈਂਕ ਯੂ ਸੋ ਮਚ।
ਪੰਜਾਬੀ ਫਿਲਮ ਇੰਡਸਟਰੀ ਦਾ ਇੱਕ ਚਰਚਿਤ ਚਿਹਰਾ ਬਰਿੰਦਰ ਬਰੀ ਸਾਡੇ ਨਾਲ ਨੇ ਤੇ ਪੁੱਛਦੇ ਹਾਂ ਕਿ ਕਿਸ ਤਰ੍ਹਾਂ ਇਹਨਾਂ ਨੂੰ ਲੱਗਿਆ ਦ ਸੇਵੀਅਰ ਤੋਂ ਬਾਅਦ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਤੇ ਮੈਨੂੰ ਬਹੁਤ ਵਧੀਆ ਲੱਗਿਆ ਦਾ ਸੇਵੀਅਰ ਫਿਲਮ ਦੇਖ ਕੇ। ਬ੍ਰਿਗੇਡੀਅਰ ਪ੍ਰੀਤਮ ਸਿੰਘ ਬਾਰੇ ਪਤਾ ਲੱਗਿਆ ਵੀ ਕੀ ਉਹਨਾਂ ਦੇ ਜ਼ਿੰਦਗੀ ਸੰਘਰਸ਼ ਰਹੇ ਨੇ, ਕੀ ਉਹਨਾਂ ਦੀ ਲਾਈਫ ਰਹੀ ਹੈ। ਸੋ ਸਭ ਤੋਂ ਪਹਿਲਾਂ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ, ਡਾਇਰੈਕਟਰ ਨੂੰ ਮੁਬਾਰਕਾਂ, ਪ੍ਰੋਡਿਊਸਰ ਨੂੰ ਮੁਬਾਰਕਾਂ, ਜਿੰਨੀ ਵੀ ਟੀਮ ਜੁੜੀ ਹੋਈ ਆ ਪਰਦੇ ਦੇ ਅੱਗੇ ਪਰਦੇ ਦੇ ਪਿੱਛੇ, ਸਾਰਿਆਂ ਨੂੰ ਮੇਰੇ ਵੱਲੋਂ ਬੈਸਟ ਵਿਸ਼ੇਸ। ਬਨੀ ਜੀ, ਜਦੋਂ ਅਸੀਂ ਅਕਸਰ ਐਕਟਰਸ ਨਾਲ ਇੰਟਰਵਿਊ ਕਰਦੇ ਹਾਂ, ਗੱਲਬਾਤ ਕਰਦੇ ਹਾਂ, ਤਾਂ ਸਾਨੂੰ ਨਿਰਾਸ਼ ਨਜ਼ਰ ਆਉਂਦੇ। ਉਹ ਕਹਿੰਦੇ ਵੀ ਪ੍ਰੋਡਿਊਸਰਸ ਨੂੰ ਪ੍ਰੋਡਕਸ਼ਨ ਦਾ ਪਤਾ ਨਹੀਂ, ਡਾਇਰੈਕਟਰਸ ਨੂੰ ਡਾਇਰੈਕਸ਼ਨਸ ਦੇਣ ਦਾ ਪਤਾ ਨਹੀਂ। ਸੋ ਲੱਗਦਾ ਹੈ ਕਿ ਇਸ ਤਰ੍ਹਾਂ ਦੀਆਂ ਮੂਵੀਜ਼ ਜੋ ਸਮਾਜ ਨੂੰ ਸੇਧ ਦਿੰਦੀਆਂ ਨੇ, ਬਲਕਿ ਡਾਕਿਊ ਡਰਾਮਾ ਵਰਗਾ ਕਨਸੈਪਟ ਜਿਹੜਾ ਇਹ ਲੈ ਕੇ ਆਏ ਨੇ, ਇਸ ਤਰ੍ਹਾਂ ਹੋਣਾ ਚਾਹੀਦਾ। ਦੇਖੋ, ਇਹ ਫਿਲਮ ਦੇਖ ਕੇ ਤਾਂ ਲੱਗਦਾ ਨਹੀਂ, ਪੂਰਾ ਬਰੀਕੀ 'ਚ ਕੰਮ ਕੀਤਾ, ਸਾਰਾ ਹੀ ਬਹੁਤ ਵਧੀਆ ਰਿਹਾ। ਮੇਰਾ ਐਕਸਪੀਰੀਅੰਸ ਮਤਲਬ ਵੀ ਬੈਸਟ ਰਿਹਾ ਫਿਲਮ ਦੇਖ ਕੇ ਜੀ। ਥੈਂਕ ਯੂ ਸੋ ਮਚ। ਥੈਂਕ ਯੂ, ਸਤਿ ਸ਼੍ਰੀ ਅਕਾਲ। ਆਓ ਜਾਣਦੇ ਹਾਂ ਫਿਲਮ ਦ ਸੇਵੀਅਰ ਬਾਰੇ ਗੁਰਜੀਤ ਹੋਰਾਂ ਦੇ ਕੀ ਵਿਊਜ਼ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰੇ ਜਣਿਆਂ ਨੂੰ। ਤੇ ਫਿਲਮ ਸੇਵੀਅਰ ਬਾਰੇ ਮੈਂ ਬਸ ਸਭ ਤੋਂ ਪਹਿਲਾਂ ਥੈਂਕਸ ਕਰਨਾ ਚਾਹੁੰਦਾ ਪ੍ਰੋਡਿਊਸਰ ਸਾਹਿਬ ਦਾ, ਡਾਇਰੈਕਟਰ ਸਾਹਿਬ ਦਾ, ਜਿਨ੍ਹਾਂ ਨੇ ਸੋਚ ਰੱਖੀ ਕਿ ਇਸ ਕਨਸੈਪਟ ਨੂੰ, ਇਹ ਕਨਸੈਪਟ ਨਹੀਂ ਹੈਗਾ, ਇੱਕ ਸਾਡੀ ਹਿਸਟਰੀ ਹੈ ਜਿਹਨੂੰ ਸਾਹਮਣੇ ਲੈ ਕੇ ਆਇਆ ਜਾਵੇ। ਐਂਡ ਇਟ ਇਜ਼ ਵੈਰੀ ਲਾਈਕ ਅਨਫੋਰਚੂਨੇਟ ਕਿ ਜਦੋਂ ਇੱਕ ਸਰਦਾਰ ਸਾਹਿਬ ਵਿੱਚ ਬਾਈਟ ਦੇ ਰਹੇ ਸੀ, ਡਾਕਿਊ ਡਰਾਮਾ ਚੱਲ ਰਿਹਾ ਸੀਗਾ, ਉਹਨਾਂ ਨੇ ਇਹ ਗੱਲ ਆਖੀ ਕਿ ਇਟਸ ਅ ਸੈਡ ਸਟੋਰੀ। ਮਤਲਬ ਇੰਨੀ ਸ਼ਹਾਦਤ ਦਿੱਤੀ, ਇੰਨੀ ਬਹਾਦਰੀ ਨਾਲ ਉਹਨਾਂ ਨੇ ਆਪਣਾ ਕੰਮ ਨਿਭਾਇਆ ਅਤੇ ਲੋਕਾਂ ਦੀ ਸੇਵਾ ਕੀਤੀ ਹੈ। ਉਸ ਤੋਂ ਬਾਅਦ ਵੀ ਕਿਸੇ ਕਹਾਣੀ ਨੂੰ ਸੈਡ ਸਟੋਰੀ ਕਹਿ ਦੇਣਾ, ਕਿਸੇ ਰਿਐਲਿਟੀ ਨੂੰ ਸੈਡ ਸਟੋਰੀ ਕਹਿਣਾ, ਸੋ ਇਹ ਆਪਣੇ ਆਪ ਨਾਲ ਬੜੀ ਸ਼ਰਮਨਾਕ ਜਿਹੀ ਵੀ ਗੱਲ ਹੈਗੀ ਹੈ। ਅਤੇ ਅਸੀਂ ਥੈਂਕਸ ਇਸ ਕਰਕੇ ਕਰਦੇ ਹਾਂ ਕਿ ਇਸ ਗੱਲ ਨੂੰ ਸਾਡੇ ਸਾਹਮਣੇ ਲੈ ਕੇ ਆਂਦਾ। ਬਟ ਵੀ ਸ਼ੁੱਡ ਆਲ ਵਾਚ ਦਿਸ ਮੂਵੀ ਐਂਡ ਬ੍ਰਿਗੇਡੀਅਰ ਪ੍ਰੀਤਮ ਸਿੰਘ ਨੂੰ ਸਲਾਮ ਹੈ ਜੀ, ਸਲੂਟ ਹੈ ਜਿਹੜਾ ਉਹਨਾਂ ਨੇ ਜਿਹੜੇ ਸੋਚ ਰੱਖ ਕੇ ਉਹਨਾਂ ਨੇ Actually, Gurjeet, the sad story was in that context कि he was decorated by so many medals and instead of that he was court-martialed. ਐਗਜ਼ੈਕਟ, ਮੈਂ ਇਹੀ ਗੱਲ ਕਹਿਣਾ ਵੀ ਲੋਕਾਂ ਨੂੰ ਪਤਾ ਲੱਗੇ ਵੀ ਸੈਡ ਇੰਨੀਆਂ ਕਰਨ ਤੋਂ ਬਾਅਦ ਵੀ ਸੈਡ ਸਟੋਰੀ ਕਿਉਂ ਹੈ। ਕਿਉਂਕਿ ਗਵਰਨਮੈਂਟ ਜਿਹੜੀ ਉਸ ਟਾਈਮ ਸਰਕਾਰ ਸੀਗੀ, ਉਹਨਾਂ ਨੇ ਜੋ ਸੋਚ ਰੱਖੀ ਹੈਗੀ ਹੈ, ਜੋ ਘਟੀਆ ਨੀਤੀ ਕਹਿ ਸਕਦੇ ਹਾਂ ਜਾਂ ਜੈਲਸੀ ਫੈਕਟਰ ਸੀਗਾ ਕੁਝ ਆਫਿਸਰਸ ਦਾ, ਜਿਹਦੇ ਕਰਕੇ ਇਹ ਸੈਡ ਸਟੋਰੀ ਬਣ ਗਈ ਹੈ। ਸੋ ਆਈ ਮਸਟ ਰਿਕੁਐਸਟ ਆਲ ਦ ਯੰਗਸਟਰਸ ਇਨ ਫੈਕਟ ਟੂ ਵਾਚ ਦਿਸ ਮੂਵੀ ਅਤੇ ਇਹਨੂੰ ਅੱਗੇ ਸਪਰੈਡ ਵੀ ਕੀਤਾ ਜਾਵੇ ਮੈਸੇਜ ਨੂੰ ਕਿ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੀ ਕੀ ਕੰਟਰੀਬਿਊਸ਼ਨ ਹੈ ਸਾਡੇ। ਤੁਹਾਨੂੰ ਨਹੀਂ ਲੱਗਦਾ ਕਿ ਇੱਕ ਇਸ ਤਰ੍ਹਾਂ ਦਾ ਮੈਸੇਜ ਵੀ ਹੈ ਕਿ ਇਹ ਰੋਜ਼ਮਰਰਾ ਦੀ ਜ਼ਿੰਦਗੀ ਵਿੱਚ ਚੱਲਦੇ ਆ, ਸਾਡੇ ਸਭ ਦੇ ਨਾਲ ਹੁੰਦਾ ਹੈ। ਬੇਸ਼ੱਕ ਉਹ ਕੋਈ ਐਕਟਰ ਹੈ, ਬੇਸ਼ੱਕ ਉਹ ਕਿਸੇ ਵੀ ਫੀਲਡ ਵਿੱਚ ਬੰਦਾ, ਉਹਦੀ ਲੱਤਾਂ ਖਿੱਚਣ ਵਾਲੇ ਬਹੁਤ ਸਾਰੇ ਲੋਕ ਹੁੰਦੇ ਆ, ਪਰ ਸਾਨੂੰ ਜੋ ਆਪਣਾ ਕੰਮ ਹੈ ਉਹ ਮੁਸ਼ਤੈਦੀ ਦੇ ਨਾਲ ਕਰਦੇ ਰਹਿਣਾ ਚਾਹੀਦਾ। ਕੀ ਕਹੋਗੇ? ਬਿਲਕੁਲ, ਮੈਂ ਇਹੀ ਹੈਰਾਨ ਸੀਗਾ। ਮੈਂ ਕਿਹਾ ਇਹ ਸੈਕਿੰਡ ਵਰਲਡ ਵਾਰ ਦੀ ਗੱਲ ਹੈ, 1939 ਟੂ 44 ਤੱਕ ਜਦੋਂ ਤੱਕ ਚੱਲਿਆ, ਕਿ ਉਦੋਂ ਵੀ ਇਹ ਚੀਜ਼ਾਂ ਚੱਲਦੀਆਂ ਸੀ, ਉਦੋਂ ਵੀ ਜੈਲਸੀ, ਮਤਲਬ ਕਿੱਡੀ ਕੁ ਵੱਡੀ ਗੱਲ ਹੈ ਯਾਰ, ਮਤਲਬ ਹੈ ਨਾ, ਤੁਸੀਂ ਕਿਉਂ ਨਹੀਂ ਹਿੰਮਤ ਰੱਖਦੇ ਆਪ ਕੰਮ ਕਰਨ ਦੇ ਵਿੱਚ। ਸੋ ਇਟਸ ਅ ਵੈਰੀ ਸੈਡ ਥਿੰਗ ਕਿ ਉਦੋਂ ਵੀ ਇਹ ਚੀਜ਼ਾਂ ਹੁੰਦੀਆਂ ਸੀ ਅਤੇ ਅੱਜ ਤੱਕ ਵੀ ਇਹੀ ਚੀਜ਼ਾਂ ਹੁੰਦੀਆਂ ਆਈਆਂ ਨੇ। ਗੁਰਜੀਤ, ਬਹੁਤ ਚੰਗਾ ਲੱਗਿਆ ਕਿ ਸਾਈਕੋਲੋਜੀਕਲ ਪੱਖ ਨੂੰ ਵੀ ਤੁਸੀਂ ਛੂਇਆ ਹੈ, ਹਾਲਾਂਕਿ ਬਾਕੀ ਲੋਕਾਂ ਨੇ ਉਸ ਦੀ ਪ੍ਰੋਡਕਸ਼ਨ ਡਾਇਰੈਕਸ਼ਨ ਦੀ ਤਾਰੀਫ ਕੀਤੀ ਹੈ। ਸੋ ਥੈਂਕ ਯੂ ਸੋ ਮਚ ਫॉर ਹੈਵਿੰਗ ਵਰਡਸ। ਸਾਡੇ ਨਾਲ ਹੈਰੀ ਪੱਟੀ ਇੱਥੇ ਮੌਜੂਦ ਨੇ, ਜਾਣਦੇ ਹਾਂ ਸੇਵੀਅਰ ਬਾਰੇ ਇਹਨਾਂ ਦੇ ਕੀ ਖਿਆਲਾਤ ਨੇ। ਮੈਨੂੰ ਇਹ ਬਹੁਤ ਜ਼ਿਆਦਾ ਬਿਊਟੀਫੁਲ ਲੱਗੀ, ਮੈਂ ਇਮੋਸ਼ਨਲ ਵੀ ਹੋਇਆ ਚੀਜ਼ ਨੂੰ ਦੇਖ ਕੇ, ਕਿਉਂਕਿ ਇਹੋ ਜਿਹੇ ਹੀਰੋ ਜਿਨ੍ਹਾਂ ਨੇ ਮਤਲਬ ਸਾਡਾ ਦੇਸ਼ ਬਚਾਇਆ ਹੈ ਨਾ, ਅਤੇ ਉਹਨਾਂ ਨੂੰ ਕੋਈ ਜਾਣਦਾ ਨਹੀਂ ਹੈਗਾ, ਅਤੇ ਉਹਨਾਂ ਦੀ ਕੁਰਬਾਨੀਆਂ ਸਾਰੀਆਂ ਐਂ ਲੱਗਦਾ ਬਾਅਦ 'ਚ ਜਾ ਕੇ ਪੋਲੀਟਿਕਸ ਦੀ ਭੇਟ ਚੜ੍ਹ ਗਈਆਂ, ਅਤੇ ਸਾਰੀ ਜ਼ਿੰਦਗੀ ਦੀ ਮਿਹਨਤ ਉਹਨਾਂ ਦੀ, ਜਿਹੜਾ ਇੱਕ ਇੱਕ ਮਿੰਟ ਇੱਕ ਇੱਕ ਸੈਕਿੰਡ ਆਪਣਾ ਸੰਸਾਰ ਲਈ, ਆਪਣੇ ਦੇਸ਼ ਲਈ, ਸਾਡੀ ਕੌਮ ਲਈ ਜਿਉਏ ਨੇ ਉਹ, ਅਤੇ ਅਸੀਂ ਉਹਨਾਂ ਨੂੰ ਮਤਲਬ ਭੁਲਾ ਚੁੱਕੇ ਆ ਨਾ। ਇਹ ਬਹੁਤ ਖਤਰਨਾਕ ਆ, ਅਤੇ ਮੈਂ ਤਾਂ ਇਮੋਸ਼ਨਲ ਹੋ ਗਿਆ ਸੀਗਾ ਬਾਅਦ 'ਚ, ਮੈਨੂੰ ਬਹੁਤ ਬਿਊਟੀਫੁਲ ਲੱਗੀ। ਮਤਲਬ ਇੱਦਾਂ ਦਾ ਕੰਮ ਪੰਜਾਬ ਹੈਰੀ ਜੀ, ਜਿਹੜਾ ਡਾਇਰੈਕਟਰ ਹੁੰਦਾ ਨਾ, ਉਹ ਕਿਸੇ ਪ੍ਰੋਜੈਕਟ ਦੀ ਮਾਂ ਹੁੰਦਾ। ਪ੍ਰੋਜੈਕਟ ਇਜ਼ ਲਾਈਕ ਹਿਜ਼ ਬੇਬੀ, ਅਤੇ ਉਹ ਉੱਦਾਂ ਹੀ ਉਹਨੂੰ ਪਾਲਦਾ ਹੈ, ਵੱਡਿਆਂ ਹੁੰਦਿਆਂ ਦੇਖਦਾ ਹੈ, ਅਤੇ ਕਿੰਨੀ ਖੁਸ਼ੀ ਹੁੰਦੀ ਜਦੋਂ ਪ੍ਰੋਜੈਕਟ ਜਿਹੜਾ ਪੋਰਟਰੇ ਕੀਤਾ ਜਾਂਦਾ ਲੋਕਾਂ ਸਾਹਮਣੇ। ਜੀ, ਪਤਾ ਕੀ ਹੁੰਦਾ, ਜਦੋਂ ਤੁਸੀਂ 2 ਸਾਲ ਕਿਸੇ ਕੰਮ ਲਈ ਲਾਉਣੇ, ਇੱਕ ਮਾਂ ਵੀ ਨਾ ਬੱਚਾ ਜੰਮਣ ਲਈ 9 ਮਹੀਨੇ ਲਾਉਂਦੀ ਹੈ ਨਾ, ਤਾਂ ਜਦੋਂ ਬੱਚਾ ਹੁੰਦਾ ਤਾਂ ਉਹ ਮਤਲਬ ਮਾਂ ਹੀ ਐਕਸਪ੍ਰੈਸ ਕਰ ਸਕਦੀ, ਉਸੇ ਤਰ੍ਹਾਂ ਸਾਡੇ ਨਾਲ ਹੁੰਦਾ। ਜਦੋਂ ਤੁਸੀਂ ਪ੍ਰੋਜੈਕਟ ਆਪਣਾ 1.5-2 ਸਾਲ ਬਾਅਦ ਦੇਖਦੇ ਹੋ ਤਾਂ ਉਹ ਇਮੋਸ਼ਨਸ ਜਿਹੜੇ ਹੁੰਦੇ ਆ ਉਹ ਬਹੁਤ ਖਤਰਨਾਕ ਹੁੰਦੇ ਆ, ਉਹ ਐਕਸਪਲੇਨ ਨਹੀਂ ਕੀਤੇ ਜਾ ਸਕਦੇ ਕਿ ਬੰਦਾ ਹੀ ਜਾਣਦਾ ਹੁੰਦਾ। ਹਾਂਜੀ, ਤੁਹਾਡੇ ਅੱਗੇ ਕੁਝ ਫਿਊਚਰ ਪ੍ਰੋਜੈਕਟਸ ਕੀ ਨੇ? ਇਸ ਤਰ੍ਹਾਂ ਦੇ ਪ੍ਰੋਜੈਕਟਸ 'ਤੇ ਕੰਮ ਕਰਨਾ ਚਾਹੋਗੇ? ਨਹੀਂ, ਮੇਰੀਆਂ ਤਾਂ ਮੈਂ ਕਮਰਸ਼ੀਅਲ ਫਿਲਮਾਂ ਕਰਦਾ ਜ਼ਿਆਦਾ, ਅਤੇ ਹੁਣ ਮੇਰੀ ਤਰਸੇਮ ਨਾਲ ਫਿਲਮ ਆ ਰਹੀ ਹੈ ਅਗਲੀ। ਪਹਿਲੀ ਫਿਲਮ ਮੇਰੀ ਰੱਬ ਦਾ ਰੇਡੀਓ ਸੀਗੀ, ਸਰਦਾਰ ਮੁਹੰਮਦ ਸੀਗੀ, ਅਤੇ ਅਗਲੀ ਫਿਲਮ ਮੇਰੀ ਆ ਰਹੀ ਆ ਹੁਣ ਬੇਬੇ, ਉਹ ਤਰਸੇਮ ਨਾਲ ਆ ਰਹੀ ਆ। ਜਾਰਮਲੇ ਰਿਟਰਨ ਆ ਰਹੀ ਆ ਜੀ, ਉਹ ਲਾਕਡਾਊਨ ਕਰਕੇ ਰੁਕੀ ਹੋਈ ਸੀਗੀ, ਉਹ ਚੱਲ ਗਈ। ਤੁਹਾਡੀ ਫਿਲਮਾਂ ਦੀ ਕਾਮਯਾਬੀ ਦੀ ਦੁਆ, ਅਤੇ ਥੈਂਕ ਯੂ ਸੋ ਮਚ, ਤੁਸੀਂ ਸਾਡੇ ਨਾਲ ਬਹੁਤ ਬਿਹਤਰੀਨ ਗੱਲਬਾਤ ਕੀਤੀ। ਥੈਂਕ ਯੂ ਸਰ, ਥੈਂਕ ਯੂ ਮੈਮ। ਸਾਡੇ ਨਾਲ ਦ ਸੇਵੀਅਰ ਫਿਲਮ ਦੇ ਲੀਡ ਰੋਲ ਤੇ ਜੋ ਐਕਟਰ ਜਿਨ੍ਹਾਂ ਨੇ ਕੰਮ ਕੀਤਾ, ਬੜੀ ਬਿਹਤਰੀਨ ਪੇਸ਼ਕਾਰੀ ਕੀਤੀ, ਮਿਸਟਰ ਧਨਵੀਰ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ TVNRI ਤੇ। ਥੈਂਕ ਯੂ ਸੋ ਮਚ।
Dhanveer, how are you feeling after the screening? मतलब ਹੁਣ people are, you are just like ਹੁੰਦਾ ਨਾ ਵੀ bride ਇੱਕ ਆਈ ਹੈ ਉਸ ਤਰ੍ਹਾਂ ਤੁਹਾਨੂੰ ਸਿਟਾਇਰ ਕਰ ਰਹੇ ਹੈ ਤੁਹਾਨੂੰ ਦੇਖ ਰਹੇ ਹੈ you are right now the center of attraction. So how are you feeling? I'm feeling so good and feeling so emotional. First of all ਮੈਂ ਹੈਵੀ ਹਾਰਟਡ ਸੀ ਮੈਂ ਜਦੋਂ ਕਿਉਂਕਿ ਜਿਹੜੀ ਡਾਕੂਮੈਂਟਰੀ ਆ ਐਂਡ ਹੁੰਦੀ ਆ ਥੋੜਾ ਇਮੋਸ਼ਨਲ ਨੋਟ ਦੇ ਉੱਪਰ ਹੁੰਦੀ ਆ ਮੈਨੂੰ ਜਦੋਂ ਮੈਂ ਕੈਰੈਕਟਰ ਕਰ ਵੀ ਰਿਹਾ ਸੀ ਤਾਂ ਮੈਨੂੰ ਇਹ ਲੱਗਣ ਲੱਗ ਗਿਆ ਸੀ ਕਿ ਜੋ ਕੁਝ ਹੋ ਗਿਆ ਨਾ ਮੇਰੇ ਨਾਲ ਆਪਣੇ ਨਾਲ ਹੋ ਗਿਆ ਸੋ ਆਈ ਵਾਸ ਹੈਵੀ ਹਾਰਟਡ ਫॉर ਸੋ ਮੈਨੀ ਡੇਜ਼ ਸੋ ਜਦੋਂ ਪਰਮਜੀਤ ਨੇ ਮੈਨੂੰ ਸਟੋਰੀ ਸੁਣਾਈ ਐਂਡ ਹੀ ਸਕੂਲ ਤੋਂ ਲੈ ਕੇ ਇਕੱਠੇ ਪੜ੍ਹੇ ਹਾਂ ਅਸੀਂ ਐਂਡ ਹੀ ਕਾਲਡ ਮੀ ਹੀ ਸੈਡ ਧਨਵੀਰ ਮੇਰੇ ਲਈ ਕਰੇਗਾ ਇਹ ਮੈਂ ਕਿਹਾ ਆਫ ਕੋਰਸ ਮੈਂ ਕਰੂੰਗਾ ਬਟ ਜਦੋਂ ਉਹਨੂੰ ਇਹਨੇ ਸਟੋਰੀ ਸੁਣਾਈ ਆਈ ਸੈਡ ਪਰਮਜੀਤ ਤੂੰ ਇਹ ਕੈਰੈਕਟਰ ਮੈਨੂੰ ਦੇ ਕੇ ਮੇਰੇ ਤੇ ਅਹਿਸਾਨ ਕਰ ਰਿਹਾ ਸੋ ਵਾਕਈ ਹੁਣ ਜਦੋਂ ਮੈਂ ਦੇਖੀ ਆ ਤਾਂ ਮੈਨੂੰ ਲੱਗਦਾ ਉਹਨੇ ਮੇਰੇ ਤੇ ਬਹੁਤ ਵੱਡਾ ਅਹਿਸਾਨ ਕੀਤਾ ਕਿ ਇਹ ਕੈਰੈਕਟਰ ਮੈਨੂੰ ਕਰਨ ਨੂੰ ਮਿਲਿਆ ਐਗਜ਼ੈਕਟਲੀ ਯੂ ਆਰ ਰਾਈਟ ਜਦੋਂ ਵਾਰਿਸ ਸ਼ਾਹ ਨੇ ਧਨਵੀਰ ਹੀਰ ਲਿਖੀ ਸੀ ਨਾ ਤੇ ਹੀਰ ਰਾਂਝੇ ਦੀ ਨਹੀਂ ਵਾਰਿਸ ਦੀ ਹੀਰ ਕਹਿਣ ਲੱਗ ਗਏ ਸੀ ਸੋ ਹੁਣ ਜਿਹੜਾ ਧਨਵੀਰ ਨੂੰ ਨਾ ਪ੍ਰੀਤਮ ਸਿੰਘ ਲੋਕਾਂ ਨੇ ਸਮਝਿਆ ਕਰਨਾ ਐਂਡ ਯੂ ਡਿਡ ਵੈਰੀ ਵੈਲ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਇਸ ਤਰ੍ਹਾਂ ਦੇ ਪ੍ਰੋਜੈਕਟਸ ਕਰਨਾ ਅੱਗੇ ਕੁਝ ਪਾਈਪਲਾਈਨ 'ਚ ਇੱਦਾਂ ਦੇ ਪ੍ਰੋਜੈਕਟਸ ਹੈਗੇ ਆ ਚੀਜ਼ਾਂ ਅੱਗੇ ਹੈਗੀਆਂ ਨੇ ਇਟਸ ਟੂ अर्ਲੀ ਟੂ ਡਿਸਕਲੋਜ਼ ਬਟ ਇੱਦਾਂ ਦੇ ਪ੍ਰੋਜੈਕਟਸ ਕਰਕੇ ਬਹੁਤ ਜ਼ਿਆਦਾ ਮਜ਼ਾ ਆਉਂਦਾ ਬਿਕਾਜ਼ ਚੈਲੰਜ ਕਰਨ ਲਈ ਜਦੋਂ ਹੁੰਦਾ ਨਾ ਇੱਕ ਐਕਟਰ ਨੂੰ ਜਦੋਂ ਕੋਈ ਚੈਲੰਜਿੰਗ ਮਿਲਦਾ ਕਿ ਹਾਂ ਕੁਝ ਐਦਾਂ ਦਾ ਹੈ ਜਿਹਦੇ 'ਚ ਉਹ ਯਾਦ ਰੱਖੇਗਾ ਤੇ ਜਦੋਂ ਆਪਣੇ 10 ਸਾਲ ਬਾਅਦ 20 ਸਾਲ ਬਾਅਦ ਮੈਂ ਬੈਠ ਕੇ ਆਪਣੀ ਫੋਟੋਜ਼ ਦੇਖੂੰਗਾ ਨਾ ਤੇ ਮੈਨੂੰ ਉਹ ਫੋਟੋ ਦੇਖ ਕੇ ਮੈਨੂੰ ਪ੍ਰਾਊਡ ਫੀਲ ਹੋਵੇ ਕਿ ਹਾਂ ਇਹ ਮੈਂ ਕੀਤਾ ਸੀ ਮੈਨੂੰ ਇਹ ਨਾ ਫੀਲ ਹੋਵੇ ਕਿ ਯਾਰ ਠੀਕ ਹੈ ਵੀ ਕੀਤਾ ਸੀ ਬਟ ਹਾਂ ਮੈਨੂੰ ਆਈ ਵਿਲ ਬੀ ਪ੍ਰਾਊਡ ਆਫਟਰ 20 ਇਅਰਸ ਆਫਟਰ 30 ਇਅਰਸ ਆਫਟਰ 40 ਇਅਰਸ ਆਈਲ ਬੀ ਪ੍ਰਾਊਡ ਜਦੋਂ ਤੱਕ ਮੇਰੀ ਮੈਮਰੀ ਹੈ ਕਿ ਹਾਂ ਮੈਂ ਇਹ ਕੈਰੈਕਟਰ ਕੀਤਾ ਸੀ ਇੰਨਾ ਵੱਡਾ ਆਈ ਵੋਂਟ ਸੇ ਹੀ ਇਜ਼ ਅ ਸੁਪਰ ਹੀਰੋ ਹੀ ਇਜ਼ ਅ ਸੁਪਰ ਹਿਊਮਨ ਹੀ ਇਜ਼ ਅ ਸੁਪਰ ਹਿਊਮਨ ਜੋ ਉਹਨਾਂ ਨੇ ਕੀਤਾ ਨੋਬਡੀ ਕੈਨ ਡੂ ਦੈਟ ਥੈਂਕ ਯੂ ਸੋ ਮਚ ਬਹੁਤ ਚੰਗਾ ਲੱਗਿਆ ਗੱਲਬਾਤ ਕਰਕੇ ਐਂਡ ਯੂ ਡਿਡ ਸੋ ਵੈਲ ਤੁਹਾਡੀ ਜਿਹੜੇ ਆਉਣ ਵਾਲੇ ਪ੍ਰੋਜੈਕਟਸ ਹੈ ਉਮੀਦ ਕਰਦੇ ਹਾਂ ਕਿ ਇਸ ਤੋਂ ਕਿਤੇ ਜ਼ਿਆਦਾ ਤੁਸੀਂ ਬੁਲੰਦੀਆਂ ਨੂੰ ਛੂਹੋ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਥੈਂਕ ਯੂ ਦੋਸਤੋ ਫਿਲਮ ਦ ਸੇਵੀਅਰ ਦੀ ਸਕਰੀਨਿੰਗ ਜਿਹੜੀ ਆ ਮੁਕੰਮਲ ਹੋ ਚੁੱਕੀ ਹੈ ਤੇ ਆਓ ਰਿਐਕਸ਼ਨਸ ਦੇਖਦੇ ਹਾਂ ਜਿਨ੍ਹਾਂ ਲੋਕਾਂ ਨੇ ਸਕਰੀਨਿੰਗ ਦੇ ਵਿੱਚ ਹਿੱਸਾ ਲਿਆ ਤੇ ਕਿਸ ਤਰ੍ਹਾਂ ਦਾ ਰਿਸਪੌਂਸ ਲੋਕਾਂ ਦਾ ਰਿਹਾ ਬਟ ਇਨ ਦ ਵੈਰੀ ਬਿਗਨਿੰਗ ਸਾਡੇ ਨਾਲ ਕਰਨਲ ਬ੍ਰਿਗੇਡੀਅਰ ਜੋ ਪ੍ਰੀਤਮ ਸਿੰਘ ਨੇ ਉਹਨਾਂ ਦੀ ਫੈਮਿਲੀ ਮੌਜੂਦ ਹੈ ਉਹਨਾਂ ਦੀ ਗ੍ਰੈਂਡ ਡਾਟਰ ਸਾਡੇ ਨਾਲ ਹੈ ਸੋ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹੈਲੋ ਹਾਈ ਹਾਊ ਆਰ ਯੂ ਅੱਛਾ ਹਾਊ ਯੂ ਫੀਲਿੰਗ ਆਫਟਰ ਦ ਸਕਰੀਨਿੰਗ ਆਫ ਦਿਸ ਫਿਲਮ I'm actually very grateful that so many people put in their time and effort and came out and said what they had to say about my grandfather and his story. Not a lot has been said about him because of some past with the army, but what he did, as an army man, as an individual, as a leader, somebody has spoken out. Actually, everybody in Poonch has spoken out, and it's really, really, we're very grateful. As a family, we're very grateful for that. ਉਹਨਾਂ ਦੀ daughter-in-law ਵੀ ਸਾਡੇ ਨਾਲ ਇੱਥੇ ਮੌਜੂਦ ਹੈ ਹੈਲੋ ਮੈਮ ਮੈਮ ਹਾਊ ਆਰ ਯੂ ਫੀਲਿੰਗ ਆਫਟਰ ਦ ਸਕਰੀਨਿੰਗ Actually, I have no words to explain, to thank Mr. Sibia. ਜੋ ਉਹਨਾਂ ਨੇ ਕੀਤਾ ਸਾਡੇ ਵਾਸਤੇ ਸ਼ਾਇਦ ਜ਼ਿੰਦਗੀ 'ਚ ਮੈਨੂੰ ਲੱਗਦਾ ਹੈ ਕਿ ਡੈਡੀ ਵਾਸਤੇ ਗੋਡ ਤੋਂ ਬਾਅਦ he is the one who has done justice to him. Actually, we are from the same district, Sandur. So, मैं अपने फादर-in-law ਨੂੰ ਸਿਰਫ 1 ਸਾਲ ਹੀ ਮਿਲੀ ਮੈਰਿਜ ਤੋਂ ਬਾਅਦ but he was a great personality. I have seen him as a politician. So, ਜਦੋਂ parliament elections ਵਗੈਰਾ ਲੜਦੇ ਸੀ ਉਸ ਟਾਈਮ ਤੇ but I am from civil background. So, ਉਸ ਟਾਈਮ ਤੇ ਯੂ ਡੋਂਟ ਰਿਅਲਾਈਜ਼ ਕਿ ਮੈਂ ਕਿਸ ਨੂੰ ਮਿਲ ਰਹੀ ਹਾਂ ਹੂ ਇਜ਼ ਮਾਈ ਫਾਦਰ ਇਨ ਲਾ ਲਾਈਕ ਸੱਚ ਅ ਗ੍ਰੇਟ ਮੈਨ ਔਰ ਸਾਰਾ ਵਿਲੇਜ ਉਹਨਾਂ ਦੀ ਟਿਲ ਟੁਡੇ ਅਗਰ ਅਸੀਂ ਵਿਲੇਜ ਵਿੱਚ ਚਲੇ ਜਾਈਏ ਸਾਨੂੰ ਦੱਸਣਾ ਪੈਂਦਾ ਹੈ ਕਿ ਅਸੀਂ ਬ੍ਰਿਗੇਡੀਅਰ ਪ੍ਰੀਤਮ ਦੀ ਫੈਮਿਲੀ ਤੋਂ ਹੈ ਸੋ ਜੋ ਉਹਨਾਂ ਦੀ ਲਾਈਫ ਡਿਸਕ੍ਰਾਈਬ ਕੀਤੀ ਹੈ ਆਈ ਹੈਵ ਨੋ ਵਰਡਸ ਗ੍ਰੇਟ ਥੈਂਕਸ ਟੂ ਮਿਸਟਰ ਸਿਪਿਆ Great thanks to Mr. Sibia. Thank you so much, ma'am. ਜੀ ਉਹਨਾਂ ਦੇ ਨਾਲ ਸਾਡੇ ਨਾਲ ਜਿਹੜੇ ਨੇ ਪਲੀਜ਼ ਸਰ ਕਮ ਫਾਰਵਰਡ ਸਾਡੇ ਨਾਲ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੇ ਸਨ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ TVNRI ਤੇ Thank you for having me on this show. It's a very professional film. Brings out happenings in Poonch which have not been much publicized. It also brings out his escape from Singapore
along with the other two officers. A very professional enterprise indeed. Thank you. ਕਿਸ ਤਰ੍ਹਾਂ ਸਮਝਦੇ ਹੋ ਵੀ ਜੋ ਪੰਜਾਬ ਦੀ ਕਿਰਸਾਨੀ ਦਾ ਸੰਘਰਸ਼ ਜਿਹੜਾ ਚੱਲ ਰਿਹਾ ਹੈ ਹੁਣ ਜਿੱਥੇ ਪੂਰਾ ਪੰਜਾਬ ਇਕਜੁੱਟ ਹੋ ਗਿਆ ਹੈ, ਤਾਂ ਲੱਗਦਾ ਹੈ ਕਿ ਇਹ ਫਿਲਮ ਇੱਕ ਮਾਈਲਸਟੋਨ ਸਾਬਿਤ ਹੋਏਗੀ ਬੋਥ ਇਨ ਦ ਪੰਜਾਬੀ ਸਿਨੇਮਾ ਐਂਡ ਫॉर ਦ ਯੰਗਸਟਰਸ ਟੂ? ਪੰਜਾਬੀ ਸਿਨੇਮਾ ਵਿੱਚ ਇਹ ਇੱਕ ਮਾਈਲਸਟੋਨ ਜ਼ਰੂਰ ਹੋਏਗੀ ਕਿਉਂਕਿ ਬਹੁਤ ਪ੍ਰੋਫੈਸ਼ਨਲੀ ਬਣਾਈ ਗਈ ਹੈ। ਇਹਦੇ 'ਚ ਇਤਿਹਾਸ ਦੇ ਅਸਲੀਅਤ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਤੋ ਇਹਦਾ ਅਸਰ ਅੱਜ ਕੱਲ੍ਹ ਦੇ ਸੰਗਠਨ ਵਿੱਚ ਕੀ ਹੋਏਗਾ ਇਹ ਬੜਾ ਮੁਸ਼ਕਲ ਹੈ ਕਹਿਣਾ। Thank you so much. Ji. I can vouch for that. I think we all look for stories of valor and to know, and you know, Punjab, we know, I mean, it's in our blood, but to hear a story from the past that is so well connected. You can go to any village, you'll find, you know, a savior, but definitely it'll resonate with the youth for sure. आपकी जो फीलिंग्स है ना वो आपकी आंखें बयां कर रही हैं, मुझे लगता नहीं है कि कुछ किसी वर्ड्स की ज़रूरत है। और थैंक यू सो मच, इट्स हैविंग अ ग्रेट प्लेजर टू बीइंग हियर। थैंक यू सो मच। ਜੀ ਦੋਸਤੋ, ਮੂਵੀ ਦ ਸੇਵੀਅਰ ਜਿਨ੍ਹਾਂ ਲੋਕਾਂ ਨੇ ਦੇਖੀ, ਬੜੇ ਹੀ ਆਲਾ ਤਰੀਨ ਉਸ ਬਾਰੇ ਲੋਕਾਂ ਦੇ ਵਿਚਾਰ ਰਹੇ, ਵਿਊਜ਼ ਰਹੇ। ਯਕੀਨਨ ਇਹ ਜਿਹੜੀ ਮੂਵੀ ਹੈ ਉਹ ਪੰਜਾਬੀ ਫਿਲਮ ਸਿਨੇਮਾ ਦੇ ਵਿੱਚ ਇੱਕ ਵੱਖਰੀ ਛਾਪ ਜਿਹੜੀ ਉਹ ਛੱਡ ਕੇ ਜਾਏਗੀ। ਬੇਸ਼ੱਕ ਉਹ ਐਕਟਰਸ ਹੋਣ, ਬੇਸ਼ੱਕ ਡਾਇਰੈਕਟਰਸ ਹੋਣ, ਬੇਸ਼ੱਕ ਉਹ ਪ੍ਰੋਡਿਊਸਰਸ ਹੋਣ, ਬੇਸ਼ੱਕ ਉਹ ਨਾਰਮਲ ਪਬਲਿਕ ਹੋਵੇ, ਹਰੇਕ ਹੀ ਬੰਦੇ ਤੇ ਉਸ ਦੇ ਜ਼ਹਿਨ ਦੇ ਹਿਸਾਬ ਨਾਲ ਇਸ ਮੂਵੀ ਨੇ ਇੱਕ ਵੱਖਰੀ ਕਿਸਮ ਦੀ ਛਾਪ ਛੱਡੀ ਹੈ। ਸੋ ਉਮੀਦ ਕਰਦੇ ਹਾਂ ਕਿ ਅੱਜ ਦਾ ਇਵੈਂਟ ਇਹ ਕਵਰ ਕਰਨ ਵਿੱਚ ਔਰ ਤੁਹਾਡੇ ਰੂਬਰੂ ਕਰਾਉਣ ਦੇ ਵਿੱਚ ਅਸੀਂ ਸક્ષਮ ਰਹੇ ਹੋਵਾਂਗੇ। ਬਹੁਤ ਬਹੁਤ ਧੰਨਵਾਦ। ਸੋ ਮੈਨੀ ਥੈਂਕਸ। ਤੁਸੀਂ ਦੇਖਦੇ ਰਹੋ ਦ TV NRI। ਮੈਨੂੰ ਗੁਰਨੀਤ ਨੂੰ ਦਿਓ ਇਜਾਜ਼ਤ।